ਨੈਕਸਟ ਟੌਪਿਕ ਆਪਾਂ ਸਟਾਰਟ ਕਰਨ ਲੱਗੇ ਹਾਂ, ਦੈਟ ਇਜ਼ ਸਵਿਚ। ਠੀਕ ਹੈ, ਸਵਿਚ ਕੀ ਹੈ? ਦੇਖੋ, ਜਿਵੇਂ ਆਪਾਂ ਆਪਦੇ ਘਰਾਂ ਵਿੱਚ ਦੇਖਦੇ ਹਾਂ, ਜਦੋਂ ਕੋਈ ਵੀ ਆਪਾਂ ਨੂੰ ਫੈਨ ਔਨ ਕਰਨਾ ਹੈ, ਟਿਊਬ ਔਨ ਕਰਨੀ ਹੈ, ਠੀਕ ਹੈ, ਤਾਂ ਕੋਈ ਵੀ ਚੀਜ਼ ਔਨ ਕਰਨ ਲਈ ਆਪਾਂ ਕੀ ਯੂਜ਼ ਕਰਦੇ ਹਾਂ? ਸਵਿਚ। ਤਾਂ ਸਵਿਚ ਕੀ ਹੈ? ਇੱਕ ਔਨ ਜਾਂ ਔਫ ਡਿਵਾਈਸ ਹੈ। ਅਗਰ ਆਪਾਂ ਨੂੰ ਜ਼ਰੂਰਤ ਹੈ ਆਪਣੇ ਫੈਨ ਚਲਾਉਣ ਦੀ ਤਾਂ ਆਪਾਂ ਸਵਿਚ ਔਨ ਕਰ ਦਿੰਦੇ ਹਾਂ, ਅਗਰ ਆਪਾਂ ਫੈਨ ਨੂੰ ਬੰਦ ਕਰਨਾ ਤਾਂ ਆਪਾਂ ਫੈਨ ਨੂੰ ਔਫ ਕਰ ਦਿੰਦੇ ਹਾਂ। ਠੀਕ ਹੈ, ਤਾਂ ਸਵਿਚ ਇੱਕ ਔਨ ਔਫ ਡਿਵਾਈਸ ਹੈ ਜਿਹੜਾ ਕਿ ਆਪਣੇ ਅਪਲਾਇੰਸਿਸ ਨੂੰ, ਜੋ ਵੀ ਆਪਾਂ ਸਰਕਟ ਚਾਹੁੰਦੇ ਹਾਂ ਕਿ ਚੱਲ ਪਏ ਜਾਂ ਬੰਦ ਹੋ ਜੇ, ਬੱਲਬ ਚੱਲ ਪਏ ਜਾਂ ਬੰਦ ਹੋ ਜੇ, ਉਹਨੂੰ ਓਪਰੇਟ ਕਰਦੀ ਹੈ, ਸਰਕਟ ਨੂੰ ਕੰਪਲੀਟ ਕਰਦੀ ਹੈ ਜਾਂ ਬ੍ਰੇਕ ਕਰਦੀ ਹੈ। ਠੀਕ ਹੈ, ਇਟ ਹੈਜ਼ ਟੂ ਬ੍ਰਾਸ ਪਿੰਸ। ਇਹਦੇ ਵਿੱਚ ਐਕਚੁਅਲੀ ਕੀ ਹੁੰਦਾ ਹੈ, ਸਵਿਚ ਦੇ ਅੰਦਰ ਦੋ ਬ੍ਰਾਸ ਦੀਆਂ ਪਿੰਸ ਲੱਗੀਆਂ ਹੁੰਦੀਆਂ। ਇੱਕ ਲੱਗੀ ਹੁੰਦੀ ਹੈ ਮਤਲਬ ਸਵਿਚ ਦੇ ਉੱਪਰ, ਇੱਕ ਲੱਗੀ ਹੁੰਦੀ ਹੈ ਪਿੱਛੇ ਬੈਕ ਸਾਈਡ 'ਤੇ ਇੱਕ ਹੋਰ ਪਿੰਨ ਲੱਗੀ ਹੁੰਦੀ ਹੈ। ਠੀਕ ਹੈ, ਜਦੋਂ ਤੋਂ ਆਪਾਂ ਸਵਿਚ ਨੂੰ ਔਨ ਕੀਤਾ, ਜਦੋਂ ਆਪਾਂ ਸਵਿਚ ਨੂੰ ਔਨ ਕਰਦੇ ਹਾਂ ਤਾਂ ਦੋਨੋਂ ਪਿੰਸ ਕੀ ਹੈ, ਕੰਟੈਕਟ ਵਿੱਚ ਆ ਜਾਂਦੀ ਹੈ। ਸਵਿਚ ਔਨ ਕਰਨ 'ਤੇ ਦੋਨੋਂ ਪਿੰਸ ਕੰਟੈਕਟ ਵਿੱਚ ਆ ਕੇ ਸਰਕਿਟ ਨੂੰ ਕੰਪਲੀਟ ਕਰ ਦਿੰਦੀ ਹੈ, ਕੰਪਲੀਟ ਸਰਕਿਟ। ਜਦੋਂ ਸਰਕਿਟ ਕੰਪਲੀਟ ਹੋ ਜਾਂਦਾ ਤਾਂ ਇਲੈਕਟ੍ਰੀਸਿਟੀ ਫਲੋ ਕਰਨ ਲੱਗ ਜਾਂਦੀ ਹੈ ਅਤੇ ਬੱਲਬ ਜਾਂ ਫੈਨ ਵਗੈਰਾ ਕੀ ਹੈ, ਚੱਲਣ ਲੱਗ ਜਾਂਦਾ। ਠੀਕ ਹੈ, ਬਟ ਜਦੋਂ ਆਪਾਂ ਸਵਿਚ ਨੂੰ ਔਫ ਕਰ ਦਿੰਦੇ ਹਾਂ, ਔਫ ਕਰਨ 'ਤੇ ਜਿਹੜਾ ਕੰਟੈਕਟ ਬਣਿਆ ਸੀ ਦੋਨੋਂ ਬ੍ਰਾਸ ਪਿੰਸ ਦੇ ਵਿੱਚ, ਹੁਣ ਉਹ ਕੰਟੈਕਟ ਕੀ ਹੈ, ਟੁੱਟ ਗਿਆ। ਜਦੋਂ ਕੰਟੈਕਟ ਟੁੱਟ ਗਿਆ ਮੀਨਸ ਸਰਕਿਟ ਇਨਕੰਪਲੀਟ ਹੋ ਗਿਆ। ਜਦੋਂ ਸਰਕਿਟ ਇਨਕੰਪਲੀਟ ਹੋ ਗਿਆ ਮੀਨਸ ਕਰੰਟ ਕੀ ਹੈ, ਫਲੋ ਕਰਨਾ ਬੰਦ ਹੋ ਜਾਊਗਾ। ਠੀਕ ਹੈ, ਤਾਂ ਇਹ ਮੇਨ ਹੁੰਦਾ ਇਹਦੇ ਵਿੱਚ ਕਿਵੇਂ ਆਪਣਾ ਸਵਿਚ ਵਰਕ ਕਰਦੀ ਹੈ। ਤਾਂ ਜਿਹੜੀ ਆਊਟਰ ਕੇਸਿੰਗ ਹੁੰਦੀ ਹੈ ਸਵਿਚ ਦੀ, ਉਹ ਇਨਸੂਲੇਟਿੰਗ ਮਟੀਰੀਅਲ ਦੀ ਬਣੀ ਹੁੰਦੀ ਹੈ। ਦੇਖੋ, ਜਿਹੜਾ ਆਊਟਰ ਕੇਸਿੰਗ ਆ ਵਾਈਟ ਕਲਰ ਦੀ ਆਪਾਂ ਨੂੰ ਸ਼ੋ ਹੋ ਰਹੀ ਹੈ, ਇਹ ਇਨਸੂਲੇਟਰ ਹੁੰਦਾ। ਇਨਸੂਲੇਟਰ ਕਾਹਤੋਂ ਕਿ ਇਹਦੇ ਅੰਦਰ ਆਪਾਂ ਨੂੰ ਪਤਾ ਹੈ ਲਾਈਵ ਵਾਇਰ, ਨਿਊਟਰਲ ਵਾਇਰ ਅਤੇ ਅਰਥ ਵਾਇਰ ਦਾ ਸਵਿਚਿਸ ਹੁੰਦੀਆਂ ਅੰਦਰ। ਠੀਕ ਹੈ, ਅੰਦਰ ਮਤਲਬ ਮੇਨ ਵਾਇਰ 'ਚੋਂ ਕਰੰਟ ਆ ਰਿਹਾ ਹੁੰਦਾ। ਜੇ ਉੱਪਰਲੀ ਕੇਸਿੰਗ ਵੀ ਕੰਡਕਟਰ ਹੋਊਗੀ ਫਿਰ ਤਾਂ ਆਪਾਂ ਨੂੰ ਸ਼ੌਕ ਲੱਗ ਸਕਦਾ। ਠੀਕ ਹੈ, ਤਾਂ ਉੱਪਰਲੀ ਜਿਹੜੀ ਕੇਸਿੰਗ ਹੈ ਉਹ ਇਨਸੂਲੇਟਰ ਕੀਤੀ ਜਾਂਦੀ ਹੈ, ਪਲਾਸਟਿਕ ਤੋਂ ਬਣਾਈ ਜਾਂਦੀ ਹੈ ਤਾਂ ਜੋ ਕਿ ਆਪਾਂ ਨੂੰ ਸ਼ੌਕ ਨਾ ਲੱਗੇ। ਠੀਕ ਹੈ, ਜਿਹੜੀ ਸਵਿਚ ਹੁੰਦੀ ਹੈ, ਸਵਿਚ ਹਮੇਸ਼ਾ ਲਾਈਵ ਵਾਇਰ ਨਾਲ ਕਨੈਕਟਡ ਹੁੰਦੀ ਹੈ। ਕਿਵੇਂ? ਆਪਾਂ ਨੂੰ ਪਤਾ ਲਾਈਵ ਵਾਇਰ 'ਚ ਹੀ ਜਿਹੜਾ ਸਾਰਾ ਵੋਲਟੇਜ ਆਉਂਦਾ, ਨਿਊਟਰਲ ਵਾਇਰ ਅਤੇ ਅਰਥ ਵਾਇਰ ਵਿੱਚ 0 ਵੋਲਟੇਜ 'ਤੇ ਮੇਨਟੇਨ ਹੁੰਦਾ। ਇਹ ਸਿਰਫ ਲਾਈਵ ਵਾਇਰ 'ਚ ਹੀ ਹੈ ਸਾਰਾ ਕਰੰਟ ਪ੍ਰੈਜੈਂਟ ਹੁੰਦਾ ਹੈ। ਤਾਂ ਜਿਹਦੇ ਵਿੱਚ ਕਰੰਟ ਪ੍ਰੈਜੈਂਟ ਹੈ ਉਹਦੇ ਨਾਲ ਕੀ ਹੈ, ਸਵਿਚ ਨੂੰ ਅਟੈਚ ਕੀਤਾ ਜਾਂਦਾ ਤਾਂ ਜੋ ਕਿ ਜਿਹੜਾ ਸਾਰਾ ਕਰੰਟ ਹੈ ਸਵਿਚ ਵਿੱਚ ਆ ਜੇ, ਸਰਕਿਟ ਕੰਪਲੀਟ ਹੋਣ 'ਤੇ ਆਪਣਾ ਅਪਲਾਇੰਸ ਚੱਲ ਪਏ। ਠੀਕ ਹੈ, ਇਹ ਲਰਨ ਰੱਖਣਾ ਕਿ ਜਿਹੜੀ ਆਪਣੀ ਸਵਿਚ ਹੈ ਉਹ ਆਲਵੇਜ਼ ਲਾਈਵ ਵਾਇਰ ਨਾਲ ਕਨੈਕਟਡ ਹੁੰਦੀ ਹੈ। ਨੈਕਸਟ ਟਾਪਿਕ ਆ ਗਿਆ ਆਪਣੇ ਕੋਲ ਪਲੱਗਸ ਐਂਡ ਸੌਕਟ। ਪਲੱਗ ਤੁਸੀਂ ਦੇਖਿਆ ਹੋਊਗਾ, ਇੱਦਾਂ ਦਾ ਆ ਪਲੱਗ ਹੈ। ਠੀਕ ਹੈ, ਇੱਦਾਂ ਦਾ ਪਲੱਗ ਆਪਾਂ ਯੂਜ਼ ਕਰਦੇ ਹਾਂ ਅਤੇ ਇੱਦਾਂ ਦਾ ਆਪਾਂ ਸੌਕਟ ਯੂਜ਼ ਕਰਦੇ ਹਾਂ। ਠੀਕ ਹੈ, 1 ਬਾਏ 1 ਰੀਡ ਕਰਦੇ ਹਾਂ ਪਲੱਗ ਅਤੇ ਸੌਕਟ ਦਾ ਮਤਲਬ ਕੀ ਹੁੰਦਾ ਹੈ। ਜਿਹੜਾ ਕਾਮਨ ਆਪਾਂ ਪਲੱਗ ਯੂਜ਼ ਕਰਦੇ ਹਾਂ ਉਹਦੇ ਵਿੱਚ 3 ਪਿੰਸ ਲੱਗੀਆਂ ਹੁੰਦੀਆਂ। ਜਿਵੇਂ ਦੇਖੋ, ਆਹ ਫਸਟ ਪਿੰਨ, ਸੈਕਿੰਡ ਅਤੇ ਆ ਥਰਡ ਪਿੰਨ, 3 ਪਿੰਸ ਯੂਜ਼ ਕਰਦੇ ਆ ਇਹਦੇ ਵਿੱਚ। ਜਿਹੜੇ ਲੋਅਰ 2 ਪਿੰਸ ਹੁੰਦੇ ਆ, ਜੋ ਇੱਥੇ ਦਿਖਾ ਰਹੀ ਹੈ 1 2 3, ਜਿਹੜੇ ਲੋਅਰ 2 ਪਿੰਸ ਹੁੰਦੇ ਆ ਇਹਨੂੰ ਆਪਾਂ ਬੋਲਦੇ ਹਾਂ ਟਰਮੀਨਲ ਪਿੰਸ। ਲੋਅਰ 2 ਪਿੰਸ ਨੂੰ ਬੋਲਦੇ ਆ ਟਰਮੀਨਲ ਪਿੰਸ ਅਤੇ ਥਰਡ ਨੂੰ ਬੋਲਦੇ ਆਪਾਂ, ਜਿਹੜੇ ਥਰਡ ਵਨ ਹੁੰਦੀ ਇਹਨੂੰ ਬੋਲਦੇ ਆਪਾਂ ਅਰਥ ਪਿੰਨ। ਦੇਖੋ, ਇਹ ਕੀ ਹੁੰਦਾ ਹੈ, ਜਿਹੜੀ ਇੱਕ ਫਸਟ ਪਿੰਨ ਹੁੰਦੀ ਹੈ ਇਹਦਾ ਜੋ ਕੋਈ ਵੀ ਇੱਕ ਪਿੰਨ ਹੈ ਜਿਹੜੀ ਉਹ ਲਾਈਵ ਵਾਇਰ ਨਾਲ ਅਟੈਚ ਹੁੰਦੀ ਹੈ, ਸੈਕਿੰਡ ਵਾਲੀ ਨਿਊਟਰਲ ਵਾਇਰ ਨਾਲ ਅਤੇ ਥਰਡ ਵਾਲੀ ਕੀ ਹੈ, ਅਰਥ ਵਾਇਰ ਨਾਲ ਅਟੈਚ ਹੁੰਦੀ ਹੈ। ਠੀਕ ਹੈ, ਲਾਈਵ ਵਾਇਰ 'ਚ ਸਾਰਾ ਕਰੰਟ ਆਉਂਦਾ ਹੈ, ਨਿਊਟਰਲ ਵਾਇਰ ਕੀ ਕਰਦਾ ਹੈ, ਕਰੰਟ ਨੂੰ ਰੈਗੂਲੇਟ ਕਰਵਾਉਂਦਾ, ਇੱਕ ਮਤਲਬ ਬੈਕ ਫਲੋ ਲਈ ਹੈਲਪਫੁਲ ਹੁੰਦਾ ਹੈ, ਅਤੇ ਅਰਥ ਵਾਇਰ ਵਿੱਚੋਂ ਜੋ ਵੀ ਸ਼ੌਕ ਵਗੈਰਾ ਦਾ ਅਗਰ ਕੋਈ ਵੀ ਚਾਂਸ ਹੋਇਆ ਤਾਂ ਉੱਥੋਂ ਬਚ ਸਕਦਾ ਹੈ। ਠੀਕ ਹੈ, ਇਹ ਤਾਂ ਗੱਲ ਹੋ ਗਈ ਆਪਣੀ ਪਲੱਗ ਦੀ। ਨੈਕਸਟ ਆ ਗਿਆ ਆਪਣੇ ਕੋਲ ਸੌਕਟ। ਹੁਣ ਜਿਹੜਾ ਪਲੱਗ ਹੈ ਇਹਨੂੰ ਆਪਾਂ ਕਿੱਥੇ ਪਾਉਂਦੇ ਹਾਂ, ਸੌਕਟ ਦੇ ਅੰਦਰ। ਇੱਦਾਂ ਸੌਕਟ ਦੇਖਿਆ ਹੋਇਆ ਨਾ ਆਪਾਂ, ਸੌਕਟ ਅੰਦਰ ਕੀ ਹੈ, ਪਲੱਗ ਪਾਉਂਦੇ ਹਾਂ। ਸੌਕਟ ਵਿੱਚ ਵੀ 3 ਹੋਲਸ ਹੁੰਦੇ ਆ। ਇਹਦੇ ਵਿੱਚ 4 ਬਣੇ ਹੋਏ ਆ, ਬਟ ਐਕਚੁਅਲੀ ਸੌਕਟ ਵਿੱਚ ਵੀ ਆਮ ਸੌਕਟ ਜਿਹੜਾ ਆਪਾਂ ਆਮ ਘਰਾਂ ਵਿੱਚ ਯੂਜ਼ ਕਰਦੇ ਹਾਂ ਉਹਦੇ ਵਿੱਚ 3 ਹੋਲਸ ਬਣੇ ਹੁੰਦੇ ਆ। ਇਹ ਵੀ ਇੱਦਾਂ ਹੀ 1 2 3। ਠੀਕ ਹੈ, ਜਿਹੜੇ 2 ਸਮੋਲ ਹੋਲਸ ਹੁੰਦੇ ਆ ਵਾਲੇ, ਇਹ ਹੁੰਦੇ ਆ ਕਰੰਟ ਲਈ, ਫॉर ਟੈਪਿੰਗ ਕਰੰਟ। ਮਤਲਬ ਜਿਹੜਾ ਵੀ ਕਰੰਟ ਆਉਂਦਾ ਲਾਈਵ ਵਾਇਰ 'ਚੋਂ ਉਹ ਇਹਦੇ ਵਿੱਚ ਆਉਂਦਾ, ਦੋਨੋਂ ਨੀਚੇ ਵਾਲੇ ਸੌਕਟਸ ਦੇ ਵਿੱਚ। ਠੀਕ ਹੈ, ਅਤੇ ਥਰਡ ਵਾਲਾ ਜਿਹੜਾ ਬਿਗਰ ਵਨ ਹੁੰਦਾ ਹੈ, ਥੋੜ੍ਹਾ ਬਿਗਰ ਵਨ ਹੁੰਦਾ ਹੈ, ਇਹ ਹੁੰਦਾ ਅਰਥ ਕੰਡਕਟਰ। ਉਹੀ ਅਰਥ ਵਾਇਰ ਐਜ਼ ਅ ਅਰਥ ਵਾਇਰ ਕੰਮ ਕਰਦਾ, ਜਿਹੜਾ ਸ਼ੌਕ ਤੋਂ ਬਚਾਉਂਦਾ। ਅਰਥ ਕਨੈਕਟਰ ਐਜ਼ ਅ ਕੰਮ ਕਰਦਾ। ਕਲੀਅਰ? ਇਹਦਾ ਵੀ ਆਊਟਰ ਕੇਸਿੰਗ ਹੈ ਜਿਹੜੀ ਪਲੱਗ ਅਤੇ ਸੌਕਟ ਦੇ ਆਊਟਰ ਕੇਸਿੰਗ ਕਾਹਦੇ ਤੋਂ ਬਣੀ ਹੁੰਦੀ ਹੈ, ਇਹਦੀ ਇਨਸੂਲੇਟਰਸ ਤੋਂ। ਇਨਸੂਲੇਟਰ ਕਾਹਤੋਂ? ਤਾਂ ਜੋ ਕਿ ਆਪਣਾ ਕੋਈ ਵੀ ਸ਼ੌਕ ਵਗੈਰਾ ਜਿਹੜਾ ਯੂਜ਼ਰਾਂ ਨੂੰ ਨਾ ਲੱਗ ਸਕੇ। ਠੀਕ ਹੈ,
ਨੈਕਸਟ ਆ ਗਿਆ ਆਪਣੇ ਕੋਲ ਫਿਊਜ਼। ਫਿਊਜ਼ ਕੀ ਹੈ? ਫਿਊਜ਼ ਜਿਵੇਂ ਘਰਾਂ ਵਿੱਚ ਆਪਾਂ ਫਿਊਜ਼ ਯੂਜ਼ ਕਰਦੇ ਆ ਐਜ਼ ਅ ਸੇਫਟੀ ਡਿਵਾਈਸ। ਸੇਫਟੀ ਡਿਵਾਈਸ ਮਤਲਬ ਕੀ ਹੈ? ਦੇਖੋ ਫੋਰ ਐਗਜ਼ਾਮਪਲ ਆਪਣਾ ਇਲੈਕਟ੍ਰਿਕ ਮੀਟਰ ਲੱਗਿਆ ਹੋਇਆ, ਆਹ ਵਾਲਾ ਆਪਣਾ ਇਲੈਕਟ੍ਰਿਕ ਮੀਟਰ ਹੈ। ਬਾਹਰੋਂ ਕੀ ਹੈ, ਜਿਹੜਾ ਮੇਨ ਸਪਲਾਈ ਹੈ, ਮੇਨ ਸਪਲਾਈ 'ਚੋਂ ਕਦੇ ਕੀ ਹੁੰਦਾ ਨਾ, ਜ਼ਿਆਦਾ ਹੀ ਕਰੰਟ ਆ ਜਾਂਦਾ, ਜ਼ਿਆਦਾ ਕਰੰਟ ਆ ਜਾਂਦਾ, ਓਵਰਫਲੋ ਆਫ ਕਰੰਟ ਆ ਜਾਂਦਾ, ਠੀਕ ਹੈ। ਹੁਣ ਇਹ ਓਵਰਫਲੋ ਆਫ ਕਰੰਟ ਜਦੋਂ ਆਪਣੇ ਘਰਾਂ ਵਿੱਚ ਆਉਂਦਾ ਹੈ, ਅਗਰ ਤਾਂ ਆਪਣੇ ਓਵਰਫਲੋ ਕਰੰਟ ਅਪਲਾਇੰਸਿਸ ਨੂੰ ਮਿਲਣਾ ਸ਼ੁਰੂ ਹੋ ਗਿਆ, ਫਿਰ ਤਾਂ ਆਪਣੀ ਫਰਿੱਜ, ਏਸੀ, ਜੋ ਵੀ ਵੱਡੇ ਅਪਲਾਇੰਸ ਸਾਰੇ ਸਾੜੇ ਆਉਣਗੇ, ਠੀਕ ਹੈ। ਤਾਂ ਉਹ ਤੋਂ ਬਚਣ ਲਈ ਆਪਾਂ ਕੀ ਯੂਜ਼ ਕਰਦੇ ਹਾਂ? ਆਹ ਵਾਲੀ ਚੀਜ਼ ਯੂਜ਼ ਕਰਦੇ ਹਾਂ, ਇਹਨੂੰ ਬੋਲਦੇ ਆ ਫਿਊਜ਼। ਕੀ ਬੋਲਦੇ ਆ ਇਹਨੂੰ? ਫਿਊਜ਼, ਠੀਕ ਹੈ। ਤਾਂ ਫਿਊਜ਼ ਦਾ ਕੰਮ ਕੀ ਹੈ? ਜਿਹੜਾ ਵੀ ਕਰੰਟ ਐਕਸੀਡ ਅਮਾਊਂਟ ਵਿੱਚ ਆ ਰਿਹਾ ਹੈ ਬਾਹਰੋਂ, ਠੀਕ ਹੈ, ਉਹ ਕੀ ਕਰੂਗਾ? ਮੰਨ ਲਓ ਕੋਈ ਵੀ ਐਕਸਟਰਾ ਕਰੰਟ ਬਾਹਰੋਂ ਆਇਆ, ਲਾਈਵ ਵਾਇਰ 'ਚੋਂ ਐਕਸਟਰਾ ਕਰੰਟ ਆਇਆ, ਇਹ ਫਿਊਜ਼ ਕੀ ਪਤਾ ਕਰ ਲੂਗਾ ਵੀ ਜਦੋਂ ਲਾਈਵ ਵਾਇਰ 'ਚੋਂ ਐਕਸਟਰਾ ਕਰੰਟ ਆਇਆ ਤਾਂ ਇਹ ਫਿਊਜ਼ ਜਿਹੜੀ ਇੱਥੇ ਨਾ ਬਾਏ ਮੈਟੈਲਿਕ ਸਟ੍ਰਿਪ ਲੱਗੀ ਹੁੰਦੀ ਹੈ, ਆਹ ਮੈਟੈਲਿਕ ਵਾਇਰ ਲੱਗੀ ਹੁੰਦੀ ਹੈ, ਬਾਏ ਮੈਟੈਲਿਕ ਸਟ੍ਰਿਪ। ਤਾਂ ਇਹ ਬਾਏ ਮੈਟੈਲਿਕ ਸਟ੍ਰਿਪ ਕੀ ਹੈ ਕਿ ਜਦੋਂ ਜ਼ਿਆਦਾ ਕਰੰਟ ਆਉਂਦਾ ਨਾ, ਇਹ ਹੌਲੀ ਹੌਲੀ ਗਰਮ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਜਿਵੇਂ ਜਿਵੇਂ ਬਾਏ ਮੈਟੈਲਿਕ ਸਟ੍ਰਿਪ ਗਰਮ ਹੁੰਦੀ ਹੈ, ਗਰਮ ਹੋਣ ਵਾਲੇ ਇੱਕ ਪੁਆਇੰਟ ਤੋਂ ਬ੍ਰੇਕ ਹੋ ਜਾਂਦੀ ਹੈ, ਟੁੱਟ ਜਾਂਦੀ ਹੈ, ਠੀਕ ਹੈ। ਤਾਂ ਬ੍ਰੇਕ ਜਦੋਂ ਹੁੰਦੀ ਹੈ, ਆਹ ਫਿਊਜ਼ ਵਾਇਰ ਬ੍ਰੇਕ ਹੋਣ 'ਤੇ ਸਾਰਾ ਸਰਕਿਟ ਨੂੰ ਇਨਕੰਪਲੀਟ ਕਰਕੇ ਆਪਣੇ ਅੰਦਰਲੀ ਘਰ ਦੀ ਜਿਹੜੀ ਇਲੈਕਟ੍ਰੀਸਿਟੀ ਨੂੰ ਕੱਟ ਆਫ ਕਰ ਦਿੰਦੀ ਹੈ, ਠੀਕ ਹੈ। ਤਾਂ ਕਰਕੇ ਜਿਹੜੀ ਆਪਣੀ ਆਹ ਫਿਊਜ਼ ਵਾਇਰ ਕਰਕੇ ਜੋ ਵੀ ਐਕਸੈਸ ਆਫ ਕਰੰਟ ਆਪਣੇ ਘਰਾਂ ਵਿੱਚ ਐਂਟਰ ਹੋਣਾ ਸੀ ਉਹ ਬਚ ਜਾਂਦਾ ਹੈ। ਇਹਦਾ ਮੇਨ ਕੰਮ ਕੀ ਹੈ? ਐਜ਼ ਅ ਸੇਫਟੀ ਡਿਵਾਈਸ ਯੂਜ਼ ਹੁੰਦਾ ਹੈ, ਤਾਂ ਜੋ ਕਿ ਜ਼ਿਆਦਾ ਅਮਾਊਂਟ ਆਫ ਕਰੰਟ ਆਪਣੇ ਘਰਾਂ ਵਿੱਚ ਨਾ ਆ ਸਕੇ, ਠੀਕ ਹੈ। ਜਿਹੜਾ ਕਾਮਨ ਟਾਈਪ ਦਾ ਆਪਾਂ ਫਿਊਜ਼ ਯੂਜ਼ ਕਰਦੇ ਹਾਂ, ਉਹਦੇ ਵਿੱਚ ਕੀ ਹੈ? ਪ੍ਰੋਕਲੇਨ ਹੋਲਡਰ ਯੂਜ਼ ਹੁੰਦਾ ਹੈ। ਆਹ ਵਾਲਾ ਜਿਹੜਾ ਹੋਲਡਰ ਹੁੰਦਾ ਹੈ ਉਹ ਪ੍ਰੋਕਲੇਨ ਮਟੀਰੀਅਲ ਦਾ ਬਣਿਆ ਹੁੰਦਾ ਹੈ, ਜਿਹਦੇ ਅੰਦਰ ਕੀ ਹੈ? ਮੈਟੈਲਿਕ ਟਰਮੀਨਲਸ ਹੁੰਦੇ ਆ, ਫਸਟ ਟਰਮੀਨਲ, ਸੈਕਿੰਡ ਟਰਮੀਨਲ, ਮੈਟੈਲਿਕ ਟਰਮੀਨਲ ਯੂਜ਼ ਹੁੰਦੇ ਆ। ਅਤੇ ਜਿਹੜੀ ਫਿਊਜ਼ ਵਾਇਰ ਹੁੰਦੀ ਹੈ, ਜਿਹੜੀ ਤੁਹਾਨੂੰ ਬੈਂਡ ਹੋ ਕੇ ਵਾਇਰ ਦਿਖ ਰਹੀ ਹੈ, ਇਹ ਫਿਊਜ਼ ਵਾਇਰ ਹੁੰਦੀ ਹੈ। ਇਹ ਫਿਊਜ਼ ਵਾਇਰ ਲੈਡ ਅਤੇ ਟਿਨ ਤੋਂ ਬਣੀ ਹੁੰਦੀ ਹੈ। ਮੈਂ ਕਿਹਾ ਸੀ ਨਾ ਬਾਏ ਮੈਟੈਲਿਕ ਸਟ੍ਰਿਪ, ਬਾਏ ਮੈਟੈਲਿਕ ਮਤਲਬ ਦੋ ਮੈਟਲਸ ਨੂੰ ਜੋੜ ਕੇ ਬਣੀ ਹੁੰਦੀ ਹੈ। ਕਿਹੜੇ ਕਿਹੜੇ ਮੈਟਲਸ ਨੂੰ ਜੋੜ ਕੇ ਬਣੀ ਹੈ ਇੱਥੇ? ਲੈਡ ਐਂਡ ਟਿਨ, ਠੀਕ ਹੈ। ਹੂਜ਼ ਮੈਲਟਿੰਗ ਪੁਆਇੰਟ ਇਜ਼ ਅਬਾਊਟ 200 ਡਿਗਰੀ ਸੈਲਸੀਅਸ, ਜਿਹਦਾ ਮੈਲਟਿੰਗ ਪੁਆਇੰਟ 200 ਡਿਗਰੀ ਸੈਲਸੀਅਸ ਹੈ। ਅਤੇ ਜਦੋਂ ਇੰਨਾ ਕਰੰਟ, ਜਦੋਂ ਜ਼ਿਆਦਾ ਅਮਾਊਂਟ ਆਫ ਕਰੰਟ ਆਊਗਾ ਤਾਂ ਇਹਦੇ ਫਿਊਜ਼ ਵਾਇਰ ਮੈਲਟ ਹੋਣ 'ਤੇ ਆਪਣਾ ਕਰੰਟ ਅੰਦਰ ਜਾਣ ਤੋਂ ਬਚਾ ਲੈਂਦੀ ਹੈ, ਠੀਕ ਹੈ। ਹਾਇਰ ਦ ਕਰੰਟ ਰੇਟਿੰਗ ਆਫ ਸਰਕਿਟ ਥਿਕਰ ਦ ਫਿਊਜ਼ ਵਾਇਰ ਇਜ਼। ਵੀ ਮੰਨ ਲਓ ਹੁਣ ਕਈ ਆਪਣੇ ਘਰਾਂ ਵਿੱਚ ਤਾਂ ਆਮ ਵੋਲਟੇਜ ਆਉਂਦੇ 220 ਵੋਲਟੇਜ, ਕਈ ਇੱਦਾਂ ਦੇ ਮਤਲਬ ਹੁੰਦੇ ਆ ਸ਼ੋਰੂਮ ਵਗੈਰਾ ਜਿਹਦੇ ਵਿੱਚ ਕਰੰਟ ਜ਼ਿਆਦਾ ਆਉਂਦਾ ਹੁੰਦਾ ਹੈ, ਤਾਂ ਉਸ ਅਕੋਰਡਿੰਗ ਕੀ ਹੈ, ਇਹ ਜਿਹੜੀ ਵਾਇਰ ਹੈ ਥਿੱਕ ਵਾਇਰ ਯੂਜ਼ ਕਰ ਲੈਂਦੇ ਆ। ਜੇ ਆਪਣੇ ਘਰਾਂ ਵਿੱਚ ਆਪਣੇ ਨੋਰਮਲ ਵਾਇਰ ਹੁੰਦੀ ਹੈ, ਜਿੱਥੇ ਮਤਲਬ ਬਹੁਤ ਘੱਟ ਕਰੰਟ ਆਉਂਦਾ ਉੱਥੇ ਥਿਨ ਵਾਇਰ ਯੂਜ਼ ਹੋ ਜਾਂਦੀ ਹੈ, ਬਟ ਜਿਹਦੇ ਵਿੱਚ ਜ਼ਿਆਦਾ ਕਰੰਟ, ਹਾਈ ਰੇਟਿੰਗ ਕਰੰਟ ਆਉਂਦਾ ਉਹਦੇ ਵਿੱਚ ਆਪਾਂ ਥਿੱਕਰ ਵਾਇਰ ਯੂਜ਼ ਕਰ ਸਕਦੇ ਹਾਂ ਫਿਊਜ਼ ਵਾਇਰ ਦੀ, ਠੀਕ ਹੈ। ਅੱਜ ਦੇਖੋ ਸੈਕਿੰਡ ਡਾਇਗ੍ਰਾਮ ਵਿੱਚ ਫਿਊਜ਼ ਵਾਇਰ ਕੀ ਹੈ? ਮੈਲਟ ਹੋ ਗਈ ਜ਼ਿਆਦਾ ਕਰੰਟ ਆਉਣ ਕਰਕੇ, ਮੈਲਟ ਹੋਣ ਦੇ ਕੀ ਹੈ? ਸਰਕਿਟ ਨੂੰ ਤੋੜਤਾ, ਸਰਕਿਟ ਨੂੰ ਤੋੜ ਕੇ ਕਰੰਟ ਨੂੰ ਪਾਸ ਨਹੀਂ ਕਰਵਾਉਗੀ ਅੱਗੇ। ਨੈਕਸਟ ਆ ਗਿਆ ਆਪਣੇ ਕੋਲ ਮਿਨੀਏਚਰ ਸਰਕਿਟ ਬ੍ਰੇਕਰ, ਦੈਟ ਇਜ਼ MCB। MCB ਵੀ ਐਜ਼ ਅ ਮਤਲਬ ਫਿਊਜ਼ ਦੀ ਤਰ੍ਹਾਂ ਹੀ ਕੰਮ ਕਰਦੀ ਹੈ, ਬਟ ਮੇਨ ਡਿਫਰੈਂਸ ਕੀ ਹੈ ਫਿਊਜ਼ ਅਤੇ MCB ਵਿੱਚ? MCB ਵੀ ਕੀ ਕਰੂਗੀ? ਜਿਹੜਾ ਵੀ ਐਕਸੈਸ ਆਫ ਕਰੰਟ ਆਊਗਾ ਆਊਟਸਾਈਡ ਤੋਂ, ਉਹਨੂੰ ਕੰਟਰੋਲ ਕਰਨ ਲਈ ਮਤਲਬ ਹੈਲਪਫੁਲ ਹੁੰਦੀ ਹੈ। ਪਰ ਆਪਾਂ ਅੱਜ ਕੱਲ੍ਹ ਕੀ ਹੈ? ਫਿਊਜ਼ ਨਹੀਂ ਯੂਜ਼ ਕਰਦੇ, ਆਪਾਂ ਅੱਜ ਕੱਲ੍ਹ MCB ਯੂਜ਼ ਕਰਦੇ ਹਾਂ। ਕਿਉਂ? ਕਿਉਂਕਿ ਜਿਹੜੀ ਫਿਊਜ਼ ਹੈ ਨਾ, ਉਹਦੇ ਵਿੱਚ ਜਿਹੜੀ ਬਾਇਓਮੈਟੈਲਿਕ ਸਟ੍ਰਿਪ ਲੱਗੀ ਹੁੰਦੀ ਹੈ, ਜਦੋਂ ਐਕਸੈਸਿਵ ਆਫ ਕਰੰਟ ਆਉਂਦਾ ਤਾਂ ਉਹ ਬਾਇਓਮੈਟੈਲਿਕ ਸਟ੍ਰਿਪ ਟੁੱਟ ਜਾਂਦੀ ਹੈ, ਅਤੇ ਉਹਦੇ ਕਰਕੇ ਫਿਰ ਆਪਾਂ ਨੂੰ ਮਤਲਬ ਇਲੈਕਟ੍ਰੀਸ਼ੀਅਨ ਨੂੰ ਕਾਲ ਕਰਨਾ ਪੈਂਦਾ ਹੈ, ਉਹਨੂੰ ਦੁਬਾਰਾ ਜੜਵਾਉਣਾ ਪੈਂਦੀ ਹੈ ਜਾਂ ਨਵੀਂ ਮਤਲਬ ਵਾਇਰ ਮਤਲਬ ਪਵਾਉਣੀ ਪੈਂਦੀ ਹੈ, ਤਾਂ ਉਹ ਕਾਫੀ ਟਾਈਮ ਕੰਜ਼ਿਊਮਿੰਗ ਅਤੇ ਲੇਬਰ ਕੰਜ਼ਿਊਮਿੰਗ ਹੈ, ਠੀਕ ਹੈ। ਤਾਂ ਇੰਨਾ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਅੱਜ ਕੱਲ੍ਹ ਕੀ ਹੈ? MCB ਯੂਜ਼ ਕਰਨ ਲੱਗ ਗਏ, ਮਿਨੀਏਚਰ ਸਰਕਿਟ ਬ੍ਰੇਕਰ। MCB ਦਾ ਮਤਲਬ ਕੀ ਹੈ ਕਿ ਮੰਨ ਲਓ ਜਦੋਂ ਜ਼ਿਆਦਾ ਅਮਾਊਂਟ ਆਫ ਕਰੰਟ ਆਉਂਦਾ ਬਾਹਰੋਂ, ਤਾਂ ਜਿਹੜੀ ਆ ਪਿੰਨ ਆ ਲੱਗੀ ਹੁੰਦੀ ਹੈ ਨਾ, ਸਵਿੱਚ ਲੱਗੀ ਹੁੰਦੀ ਹੈ ਔਨ ਆਫ ਵਾਲੀ, ਇਹ ਸਵਿੱਚ ਆਪਣੇ ਆਪ ਹੀ ਨੀਚੇ ਗਿਰ ਜਾਂਦੀ ਹੈ ਜਦੋਂ ਜ਼ਿਆਦਾ ਅਮਾਊਂਟ ਆਫ ਕਰੰਟ ਆਉਂਦਾ। ਆਪਣੇ ਆਪ ਨੀਚੇ ਡਿੱਗਣ ਦਾ ਮਤਲਬ ਕੀ ਹੈ ਕਿ ਇਹ ਸਰਕਿਟ ਜਦੋਂ ਨੀਚੇ ਡਿੱਗ ਜਾਂਦੀ ਹੈ, ਆਫ ਹੋ ਜਾਂਦੀ ਹੈ, ਇਹ ਸਰਕਿਟ ਨੂੰ ਇਨਕੰਪਲੀਟ ਕਰ ਦਿੰਦੀ ਹੈ। ਸਰਕਿਟ ਇਨਕੰਪਲੀਟ, ਜਦੋਂ ਸਰਕਿਟ ਇਨਕੰਪਲੀਟ ਹੋ ਜਾਂਦਾ ਮਤਲਬ ਕਿ ਆਪਣਾ ਫਿਰ ਅੱਗੇ ਜੋ ਵੀ ਹੋਮ ਅਪਲਾਇੰਸ ਹੈ ਉੱਥੋਂ ਤੱਕ ਕਰੰਟ ਨਹੀਂ ਪਹੁੰਚਣ ਦਿੰਦੀ, ਇੱਥੇ ਹੀ ਕਰੰਟ ਰੋਕ ਲੈਂਦੀ ਹੈ, ਠੀਕ ਹੈ। ਅਤੇ ਮੰਨ ਲਓ ਹੁਣ ਜਿਹੜਾ ਕਰੰਟ ਹੈ ਉਹ ਸਹੀ ਹੋ ਗਿਆ, ਬਾਹਰੋਂ ਠੀਕ ਕਰੰਟ ਆ ਰਿਹਾ, ਤਾਂ ਆਪਾਂ ਕੀ ਕਰਾਂਗੇ? ਇਹਨੂੰ ਫੇਰ ਚੱਕ ਕੇ ਗ੍ਰਿਪ ਨੂੰ ਉੱਪਰ ਕਰ ਦਾਂਗੇ, ਤਾਂ ਇਹਦੇ ਵਿਦਿਨ ਫਿਊ ਸੈਕਿੰਡਸ ਕੀ ਹੈ? ਗ੍ਰਿਪ ਦੁਬਾਰਾ ਉੱਪਰ ਹੋ ਜਾਂਦੀ ਹੈ ਅਤੇ ਆਪਾਂ ਦੁਬਾਰਾ ਇਲੈਕਟ੍ਰਿਕ ਸਪਲਾਈ ਪ੍ਰੋਪਰਲੀ ਦੇ ਸਕਦੇ ਹਾਂ। ਤਾਂ ਇਹਦੇ ਵਿੱਚ ਇੱਦਾਂ ਨਹੀਂ ਹੈ ਕਿ ਇਲੈਕਟ੍ਰੀਸ਼ੀਅਨ ਨੂੰ ਬੁਲਾਓ, ਉਹਨੂੰ ਕਹੋ ਕਿ ਉੱਪਰ ਕਰ,
ਤਾਂ ਇਹ ਸਾਰਾ ਕੁਛ ਮਤਲਬ ਸਹੀ ਕਰਨ ਲਈ ਆਪਾਂ ਅੱਜ ਕੱਲ੍ਹ MCB ਯੂਜ਼ ਕਰਨ ਲੱਗ ਗਏ ਹਾਂ ਫਿਊਜ਼ ਵਾਇਰ ਦੀ ਜਗ੍ਹਾ 'ਤੇ। ਠੀਕ ਹੈ, ਪੜ੍ਹ ਲਓ ਕੀ ਲਿਖਿਆ ਹੈ। ਇਟ ਇਜ਼ ਪਲੇਸਡ ਇਨ ਸੀਰੀਜ਼ ਇਨ ਅ ਗਿਵਨ ਸਰਕਿਟ। MCB ਕੀ ਹੈ, ਸੀਰੀਜ਼ ਵਿੱਚ ਪਲੇਸ ਹੁੰਦੀ ਹੈ। ਸੀਰੀਜ਼ ਦਾ ਮਤਲਬ ਕੀ ਹੈ ਕਿ ਜੇ MCB ਬੰਦ ਹੋ ਗਈ ਤਾਂ ਜਿੰਨੇ ਵੀ ਸਰਕਿਟ ਅੰਦਰ ਹੈ ਉਹ ਸਾਰੇ ਇਕੱਠੇ ਹੀ ਬੰਦ ਹੋ ਜਾਣਗੇ। ਐ ਨਹੀਂ ਪਹਿਲਾਂ ਪੱਖਾ ਬੰਦ ਹੋ ਫਿਰ ਟਿਊਬ ਬੰਦ ਹੋ, ਸਾਰਾ ਕੁਛ ਸੀਰੀਜ਼ ਵਿੱਚ ਮਤਲਬ ਲਗਾਤਾਰ ਹੀ ਸਾਰਾ ਕੁਛ ਬੰਦ ਹੋ ਜਾਊਗਾ। ਇਫ ਦਾ ਕਰੰਟ ਐਕਸੀਡਸ ਦਾ ਸਪੈਸੀਫਾਈਡ ਲਿਮਿਟ, ਜੇ ਕਰੰਟ ਦੀ ਇੱਕ ਸਪੈਸੀਫਾਈਡ ਲਿਮਿਟ ਤੋਂ ਵੱਧ ਕੇ ਕਰੰਟ ਆਇਆ ਤਾਂ MCB ਪੁੱਟਸ ਆਫ ਦਾ ਸਵਿਚ। MCB ਆਪਣੇ ਆਪ ਸਵਿਚ ਨੂੰ ਨੀਚੇ ਕਰ ਦੂਗੀ। ਦਸ ਇਲੈਕਟ੍ਰਿਕ ਸਪਲਾਈ ਇਜ਼ ਕੱਟ ਆਫ, ਤੇ ਇਲੈਕਟ੍ਰਿਕ ਸਪਲਾਈ ਹੈ ਜਿਹੜੀ ਉਹ ਆਪਣੇ ਆਪ ਕੀ ਹੈ, ਬੰਦ ਹੋ ਜੂਗੀ। ਇਟ ਕੈਨ ਬੀ ਰੀਸੈਟ ਆਫਟਰ ਕਰੈਕਟਿੰਗ ਦਾ ਫਾਲਟ। ਕੋਈ ਵੀ ਫਾਲਟ ਹੈ ਉਹਨੂੰ ਚੈੱਕ ਕਰਦੇ ਆ, ਚੈੱਕ ਕਰਨ ਤੋਂ ਬਾਅਦ ਇਸ ਸਵਿਚ ਨੂੰ ਕਿ ਅਗੇਨ ਉੱਪਰ ਨੂੰ ਕਰ ਲੈਂਦੇ ਆ, ਔਨ ਮੋਡ ਵਿੱਚ ਲਿਆਉਂਦੇ ਆ ਅਤੇ ਆਪਣਾ ਫਿਰ ਇਲੈਕਟ੍ਰਿਕ ਸਪਲਾਈ ਉੱਦਾਂ ਹੀ ਚੱਲਦੀ ਰਹਿੰਦੀ ਹੈ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਅਰਥਿੰਗ ਗਰਾਊਂਡਿੰਗ ਆਫ ਅਪਲਾਇੰਸਿਸ। ਅਰਥਿੰਗ ਜਾਂ ਗਰਾਊਂਡਿੰਗ ਆਫ ਅਪਲਾਇੰਸਿਸ ਕੀ ਹੁੰਦਾ ਹੈ, ਤਾਂ ਮੈਂ ਦੱਸ ਚੁੱਕੀ ਹੈ ਕਿ ਜਿਹੜੀ ਸਵਿਚ ਜਾਂ ਪਲੱਗ ਜਾਂ ਸਵਿਚ ਕੁਛ ਵੀ ਹੈ ਉਹਦੇ ਵਿੱਚ 3 ਟਰਮੀਨਲਸ ਹੁੰਦੇ ਆ। ਇੱਕ 'ਚੋਂ ਦਾ ਕਰੰਟ ਆਉਂਦਾ ਲਾਈਵ ਵਾਇਰ, ਇੱਕ 'ਚੋਂ ਬੈਕ ਫਲੋ ਆਫ ਕਰੰਟ ਲਈ ਹੈਲਪਫੁਲ ਹੁੰਦਾ ਦੈਟ ਇਜ਼ ਨਿਊਟਰਲ ਵਾਇਰ, ਇੱਕ ਹੁੰਦੀ ਆਪਣੇ ਕੋਲ ਅਰਥ ਪਿਨ। ਹੁਣ ਇਹ ਅਰਥ ਪਿਨ ਦਾ ਕੰਮ ਕੀ ਹੁੰਦਾ ਹੈ, ਦੇਖੋ ਕੋਈ ਵੀ ਅਗਰ ਆਪਾਂ ਮੈਟੈਲਿਕ ਬਾਡੀ ਯੂਜ਼ ਕਰਦੇ ਹਾਂ, ਮੰਨ ਲਓ ਆਪਾਂ ਇਲੈਕਟ੍ਰਿਕ ਆਇਰਨ ਯੂਜ਼ ਕਰ ਲਈ, ਗੀਜ਼ਰ ਯੂਜ਼ ਕਰ ਲਿਆ, ਠੀਕ ਹੈ, ਜੋ ਵੀ ਆਪਾਂ ਇਹ ਮੈਟੈਲਿਕ ਬਾਡੀਜ਼ ਯੂਜ਼ ਕਰਦੇ ਹਾਂ ਜਿਹਦੇ ਵਿੱਚੋਂ ਕਰੰਟ ਪਾਸ ਕਰਦਾ ਹੈ, ਜਾਂ ਵਾਸ਼ਿੰਗ ਮਸ਼ੀਨ ਵੀ ਹੋ ਸਕਦੀ ਹੈ, ਤਾਂ ਇਹਨਾਂ ਦੀ ਸਰਫੇਸ ਮੈਟੈਲਿਕ ਹੋਣ ਕਰਕੇ ਕੀ ਕਰਨਗੇ, ਇਹ ਕਰੰਟ ਨੂੰ ਨਾ ਆਪਦੇ ਵਿੱਚ ਅਕੋਮੂਲੇਟ ਇਕੱਠਾ ਕਰਨਾ ਸ਼ੁਰੂ ਕਰ ਲੈਂਦੇ ਆ। ਆਪਦੀ ਬਾਡੀ ਦੇ ਸਰਫੇਸ ਉੱਪਰ ਕਰੰਟ ਦੇ ਚਾਰਜਿਸ ਨੂੰ ਅਕਾਮੂਲੇਟ ਕਰਨਾ ਸ਼ੁਰੂ ਕਰ ਦਿੰਦੇ ਆ। ਜਦੋਂ ਸਾਰਾ ਕਰੰਟ ਅਕਾਮੂਲੇਟ ਹੋ ਜਾਂਦਾ ਅਤੇ ਆਪਣਾ ਕਈ ਵਾਰੀ ਗਲਤੀ ਨਾਲ ਹੱਥ ਲੱਗ ਜੇ ਤਾਂ ਆਪਾਂ ਨੂੰ ਸਰਵ ਸ਼ੌਕ ਲੱਗ ਸਕਦਾ ਹੈ। ਠੀਕ ਹੈ, ਤਾਂ ਇਹ ਸਾਰਿਆਂ ਤੋਂ ਬਚਣ ਲਈ ਕੀ ਹੈ, ਜਿਹੜੀ ਵੀ ਪ੍ਰੈਸ ਵਗੈਰਾ ਹੁੰਦੀ ਹੈ ਨਾ, ਜੋ ਵੀ ਚੀਜ਼ ਹੈ ਉਹ ਅਰਥ ਨਾਲ ਕਨੈਕਟਡ ਹੁੰਦੀ ਹੈ। ਇੱਦਾਂ ਥੱਲੇ ਧਰਤੀ ਨਾਲ ਕਨੈਕਟਡ ਹੁੰਦੀ ਹੈ। ਧਰਤੀ ਨਾਲ ਕਨੈਕਟ ਹੋਣ ਦਾ ਮਤਲਬ ਕੀ ਹੈ ਕਿ ਜਿਹੜੇ ਵੀ ਐਕਸੈਸ ਆਫ ਇਲੈਕਟ੍ਰੋਨਸ ਵਗੈਰਾ ਇਕੱਠੇ ਹੋ ਗਏ ਮੈਟੈਲਿਕ ਬਾਡੀ 'ਤੇ, ਜੇ ਆ ਮੈਟੈਲਿਕ ਬਾਡੀ 'ਤੇ ਐਕਸੈਸ ਆਫ ਇਲੈਕਟ੍ਰੋਨਸ ਇਕੱਠੇ ਹੋ ਗਏ, ਉਹ ਸਾਰੇ ਅਰਥ ਵਾਇਰ ਥਰੂ ਕੇ ਨੀਚੇ ਗਰਾਊਂਡ ਵਿੱਚ ਜਾ ਵੜਨਗੇ ਅਤੇ ਆਪਾਂ ਨੂੰ ਇਲੈਕਟ੍ਰਿਕ ਸ਼ੌਕ ਨਹੀਂ ਲੱਗਦਾ। ਠੀਕ ਹੈ, ਤਾਂ ਇਹ ਕੰਮ ਹੁੰਦਾ ਹੈ ਅਰਥਿੰਗ ਆਫ ਦਾ ਅਪਲਾਇੰਸਿਸ ਦਾ। ਅਰਥਿੰਗ ਆਫ ਐਨ ਇਲੈਕਟ੍ਰਿਕ ਸਰਕਿਟ ਇਜ਼ ਯੂਜ਼ਫੁਲ ਫॉर ਦੋਜ਼ ਅਪਲਾਇੰਸਿਸ ਵਿਚ ਹੈਵ ਮੈਟੈਲਿਕ ਬਾਡੀ। ਇਹ ਉਹਨਾਂ ਅਪਲਾਇੰਸਿਸ ਲਈ ਹੈਲਪਫੁਲ ਹੁੰਦੀ ਹੈ ਜਿਨ੍ਹਾਂ ਦੀ ਮੈਟੈਲਿਕ ਬਾਡੀ ਹੁੰਦੀ ਹੈ, ਜਿਵੇਂ ਇਲੈਕਟ੍ਰਿਕ ਆਇਰਨ, ਰੈਫਰੀਜਰੇਟਰ ਜਾਂ ਇਲੈਕਟ੍ਰਿਕ ਗੀਜ਼ਰ ਜਾਂ ਇਲੈਕਟ੍ਰਿਕ ਮਸ਼ੀਨ ਐਟਸੈਟਰਾ। ਠੀਕ ਹੈ, ਅਰਥ ਵਾਇਰ ਇਜ਼ ਕਨੈਕਟਡ ਟੂ ਦਾ ਮੈਟੈਲਿਕ ਬਾਡੀ। ਜਿਹੜੀ ਵੀ ਮੈਟੈਲਿਕ ਬਾਡੀ ਹੁੰਦੀ ਹੈ ਇਹਨਾਂ ਦੀ, ਉਹਦੇ ਨਾਲ ਆਪਾਂ ਅਰਥ ਵਾਇਰ ਕਨੈਕਟ ਕਰ ਦਿੰਦੇ ਹਾਂ। ਅਰਥ ਵਾਇਰ ਪ੍ਰੋਵਾਈਡਸ ਦਾ ਕੰਡਕਟਿੰਗ ਪਾਥ ਫॉर ਦਾ ਕਰੰਟ। ਜੇ ਕਰੰਟ ਕਈ ਵਾਰੀ ਉੱਥੇ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹਦੇ ਲਈ ਇੱਕ ਪਾਥ ਬਣਾ ਦਿੰਦਾ ਅਰਥ ਵਾਇਰ, ਤਾਂ ਉਸ ਪਾਥ 'ਚੋਂ ਇਲੈਕਟ੍ਰੋਨਸ ਕੀ ਨੀਚੇ ਚੱਲ ਜਾਂਦੇ ਆ ਅਤੇ ਯੂਜ਼ਰ ਨੂੰ ਸ਼ੌਕ ਨਹੀਂ ਲੱਗਦਾ। ਠੀਕ ਹੈ, ਤਾਂ ਇਸ ਸ਼ੌਕ ਤੋਂ ਬਚਾਉਣ ਲਈ, ਕਰੰਟ ਤੋਂ ਬਚਾਉਣ ਲਈ ਆਪਾਂ ਨੂੰ ਅਰਥਿੰਗ ਵਾਇਰ ਦੀ ਜ਼ਰੂਰਤ ਹੁੰਦੀ ਹੈ। ਨੈਕਸਟ ਆ ਗਿਆ ਆਪਣੇ ਕੋਲ ਹਜ਼ਾਰਡਸ ਆਫ ਇਲੈਕਟ੍ਰੀਸਿਟੀ। ਜਿਵੇਂ ਆਪਾਂ ਨੂੰ ਪਤਾ ਕਿ ਇਲੈਕਟ੍ਰੀਸਿਟੀ ਆਪਣੇ ਲਈ ਬਹੁਤ ਯੂਜ਼ਫੁਲ ਹੈ। ਇਲੈਕਟ੍ਰੀਸਿਟੀ ਯੂਜ਼ਫੁਲ ਕਾਹਤੋਂ ਹੈ, ਅਗਰ ਆਪਾਂ ਸਾਰਾ ਕੁਛ ਆਸੇ ਪਾਸੇ ਦੇਖ ਰਹੇ ਹਾਂ, ਇਲੈਕਟ੍ਰੀਸਿਟੀ ਹੈਗੀ ਹੈ, ਲਾਈਟ ਹੈਗੀ ਹੈ, ਤਾਂ ਹੀ ਆਪਣਾ ਸਾਰਾ ਕੁਛ ਹੋ ਰਿਹਾ। ਅੱਜ ਕੱਲ੍ਹ ਤਾਂ ਵੈਸੇ ਬਹੁਤ ਸਾਇੰਸ ਐਂਡ ਟੈਕਨੋਲੋਜੀ ਦੀ ਐਡਵਾਂਸਮੈਂਟ ਨਾਲ ਇਲੈਕਟ੍ਰੀਸਿਟੀ ਕਾਫੀ ਮਤਲਬ ਅੱਗੇ ਪਹੁੰਚ ਚੁੱਕੀ ਹੈ। ਬਟ ਜਿੰਨੀ ਇਲੈਕਟ੍ਰੀਸਿਟੀ ਜ਼ਰੂਰੀ ਹੈ, ਉਨੀ ਇਲੈਕਟ੍ਰੀਸਿਟੀ ਦੇ ਡਿਸਐਡਵਾਂਟੇਜਿਸ ਵੀ ਬਹੁਤ ਨੇ ਅਗਰ ਆਪਾਂ ਇਲੈਕਟ੍ਰੀਸਿਟੀ ਨੂੰ ਸਹੀ ਤਰੀਕੇ ਨਾਲ ਨਾ ਦੇਖਿਆ। ਫਸਟ ਕੀ ਹੈ, ਕੀ ਕੁਛ ਹੋ ਸਕਦਾ ਹੈ, ਡਾਇਰੈਕਟ ਕੰਟੈਕਟ ਆਫ ਅ ਪਰਸਨ ਵਿਦ ਲਾਈਵ ਵਾਇਰ ਮੇ ਲੀਡ ਟੂ ਅ ਸਰਵ ਸ਼ੌਕ ਟੂ ਹਿਮ। ਅਗਰ ਮੰਨ ਲਓ ਕਈ ਵਾਰੀ ਕੋਈ ਪਰਸਨ, ਜਿਵੇਂ ਮੰਨ ਲਓ ਟੈਕਨੀਸ਼ੀਅਨ ਆਇਆ, ਇਹ ਕੁਛ ਚੈੱਕ ਕਰ ਰਿਹਾ ਸੀ, ਗਲਤੀ ਨਾਲ ਵੀ ਅਗਰ ਇਹਦਾ ਹੱਥ ਲਾਈਵ ਵਾਇਰ ਨਾਲ ਅਟੈਚ ਹੋ ਗਿਆ, ਲਾਈਵ ਵਾਇਰ ਕਿਉਂਕਿ ਲਾਈਵ ਵਾਇਰ ਸਾਰਾ ਕਰੰਟ ਆਉਂਦਾ ਹੈ 220 ਵੋਲਟੇਜ ਤੇ ਫੁੱਲ ਕਰੰਟ ਲਾਈਵ ਵਾਇਰ 'ਚ ਆਉਂਦਾ ਹੈ। ਅਗਰ ਬਾਈ ਚਾਂਸ ਵੀ ਇਸ ਟੈਕਨੀਸ਼ੀਅਨ ਦਾ ਹੱਥ ਲਾਈਵ ਵਾਇਰ ਨਾਲ ਲੱਗ ਗਿਆ ਤੇ ਇਹਨੂੰ ਬਹੁਤ ਜ਼ੋਰ ਦਾ ਸ਼ੌਕ ਲੱਗੂਗਾ, ਕਈ ਵਾਰੀ ਤੱਕ ਇਹ ਡੈਥ ਵੀ ਹੋ ਜਾਂਦੀ ਹੈ। ਠੀਕ ਹੈ, ਨੈਕਸਟ ਕੀ ਹੈ, ਡਿਫੈਕਟਸ ਇਨ ਦ ਇਲੈਕਟ੍ਰਿਕ ਸਰਕਿਟ ਲਾਈਕ ਲੂਜ਼ ਜॉइंट्स, improper insulation of wires and defective switch socket plugs। ਅਗਰ ਕਈ ਵਾਰੀ ਕੀ ਹੁੰਦਾ, ਆਪਣੇ ਜਿਹੜੇ ਜॉइंट्स ਹੁੰਦੇ ਆ ਉਹ ਲੂਜ਼ ਹੁੰਦੇ ਆ, ਮਤਲਬ ਜਿਹੜੇ ਆਪਾਂ ਦੋ ਵਾਇਰਸ ਨੂੰ ਅਟੈਚ ਕਰਨਾ ਹੁੰਦਾ ਉਹ ਦੋ ਵਾਇਰਸ ਪ੍ਰੋਪਰਲੀ ਅਟੈਚ ਨਹੀਂ ਹੁੰਦੇ, ਜਾਂ ਕਈ ਵਾਰੀ ਜਿਹੜੀ ਵਾਇਰ ਹੁੰਦੀ ਹੈ ਉਹਦੇ ਉੱਪਰ ਰੈੱਡ ਕਲਰ ਦੀ ਕੋਟਿੰਗ ਹੁੰਦੀ ਹੈ ਜਾਂ ਬਲੂ ਕਲਰ ਦੀ ਕੋਟਿੰਗ ਹੁੰਦੀ ਹੈ, ਕਈ ਵਾਰੀ ਉਹ ਕੋਟਿੰਗ ਕਿਸੇ ਪੁਆਇੰਟ ਤੋਂ ਆ ਕੇ ਬ੍ਰੇਕ ਹੋਈ ਹੁੰਦੀ ਹੈ, ਉਹਦੇ ਵਿੱਚੋਂ ਵਾਇਰ ਬਾਹਰ ਆ ਰਹੀ ਹੁੰਦੀ ਹੈ, ਤਾਂ ਉਹ ਸਾਰੀ ਚੀਜ਼ਾਂ ਕਰਕੇ ਕੀ ਆਪਾਂ ਨੂੰ ਸ਼ੌਕ ਲੱਗ ਸਕਦਾ ਹੈ। ਸ਼ੌਕ ਲੱਗ ਸਕਦਾ ਜਾਂ ਉਹਦੇ ਵਿੱਚੋਂ ਕਈ ਵਾਰੀ ਸਪਾਰਕ ਪ੍ਰੋਡਿਊਸ ਹੁੰਦੀ ਹੈ, ਫਾਇਰ ਪ੍ਰੋਡਿਊਸ ਹੁੰਦੀ ਹੈ, ਜਿਹਦੇ ਕਰਕੇ ਸਾਰੇ ਮਤਲਬ ਹਾਊਸ ਵਿੱਚ ਜਾਂ ਸ਼ੌਪ ਵਿੱਚ ਕੀ ਹੈ, ਫਾਇਰ ਵੀ ਲੱਗ ਸਕਦੀ ਹੈ। ਠੀਕ ਹੈ,
ਨੈਕਸਟ ਆ ਗਿਆ ਓਵਰਲੋਡਿੰਗ ਐਂਡ ਸ਼ਾਰਟ ਸਰਕਟ ਆਫ ਇਲੈਕਟ੍ਰਿਕ ਸਰਕਟ ਬਿਕੋਜ਼ ਇਲੈਕਟ੍ਰਿਕ ਫਾਇਰ ਇਨ ਅ ਹਾਊਸ। ਅਗਰ ਕਈ ਵਾਰੀ ਓਵਰਲੋਡਿੰਗ ਜਾਂ ਸ਼ਾਰਟ ਸਰਕਟ ਹੋ ਜੇ। ਓਵਰਲੋਡ ਦਾ ਮਤਲਬ ਕੀ ਹੁੰਦਾ ਹੈ ਕਿ ਮੰਨ ਲਓ ਆਪਣੇ ਕੋਲ ਇੱਕ ਹੈਗਾ ਸੌਕਟ, ਇੱਕ ਸੌਕਟ ਦੇ ਅੰਦਰ ਜਿਵੇਂ ਇੱਥੇ ਮੰਨ ਲਓ ਇੱਦਾਂ ਨਾ ਇੱਕ ਟਰਮੀਨਲਸ ਇੱਥੇ ਹੈ, ਇੱਕ ਟਰਮੀਨਲ ਇੱਥੇ ਹੈ, ਆਹ ਟਰਮੀਨਲਸ ਰਹੇ ਇੱਦਾਂ, ਅਤੇ ਇੱਕ ਟਰਮੀਨਲਸ ਇੱਥੇ ਹੈ। ਆਪਾਂ ਕੀ ਕਰਦੇ ਹਾਂ, ਬਹੁਤ ਵੱਡੇ ਵੱਡੇ ਗੈਜਟਸ ਇੱਕੋ ਹੀ ਸੌਕਟ 'ਤੇ ਲਾਉਣੀ ਸ਼ੁਰੂ ਕਰ ਦਿੰਦੇ ਆ। ਤਾਂ ਜਦੋਂ ਆਪਾਂ ਇੱਕੋ ਹੀ ਗੈਜਟ 'ਤੇ ਇੱਕੋ ਹੀ ਆਹ ਵਾਲੇ ਸੌਕਟ 'ਤੇ ਕਾਫੀ ਸਾਰੇ ਗੈਜਟਸ ਲਗਾ ਦਾਂਗੇ ਨਾ, ਤਾਂ ਉਹਦੇ ਕਰਕੇ ਓਵਰਲੋਡਿੰਗ ਹੋ ਜਾਂਦੀ ਹੈ। ਓਵਰਲੋਡਿੰਗ ਨਾਲ ਆਪਣਾ ਕੀ ਹੈ, ਇਲੈਕਟ੍ਰਿਕ ਫਾਇਰ ਹੋ ਸਕਦੀ ਹੈ ਹਾਊਸ ਵਿੱਚ। ਸ਼ਾਰਟ ਸਰਕਟ ਦਾ ਮਤਲਬ ਕੀ ਹੁੰਦਾ ਹੈ, ਜਦੋਂ ਕਈ ਵਾਰੀ ਬਾਈ ਚਾਂਸ ਲਾਈਵ ਵਾਇਰ ਅਤੇ ਨਿਊਟਰਲ ਵਾਇਰ ਕਨੈਕਟ ਵਿੱਚ ਆ ਜਾਂਦੀ ਹੈ। ਕਈ ਵਾਰੀ ਬਾਈ ਮਿਸਟੇਕ ਲਾਈਵ ਵਾਇਰ ਅਤੇ ਨਿਊਟਰਲ ਵਾਇਰ ਕਨੈਕਟਡ ਹੋ ਜਾਂਦੀ ਹੈ। ਵੈਸੇ ਕਨੈਕਟ ਨਹੀਂ ਹੋਣੀਆਂ ਚਾਹੀਦੀਆਂ, ਇਹ ਦੂਰ ਦੂਰ ਹੀ ਹੁੰਦੀ ਹੈ, ਠੀਕ ਹੈ, ਕਨੈਕਟਡ ਨਹੀਂ ਹੁੰਦੀ ਆ। ਤਾਂ ਅਗਰ ਬਾਈ ਚਾਂਸ ਇਹ ਕਨੈਕਟ ਹੋ ਜਾਣ ਤਾਂ ਉੱਥੇ ਸ਼ਾਰਟ ਸਰਕਟਿੰਗ ਹੋ ਜਾਂਦੀ ਹੈ। ਇਹਦੇ ਕਰਕੇ ਵੀ ਇਲੈਕਟ੍ਰਿਕ ਫਾਇਰ ਲੱਗ ਸਕਦੀ ਹੈ ਹਾਊਸ ਵਿੱਚ, ਠੀਕ ਹੈ। ਨੈਕਸਟ ਆ ਗਿਆ ਸ਼ਾਰਟ ਸਰਕਟਿੰਗ ਅਤੇ ਓਵਰਲੋਡਿੰਗ, ਮੈਂ ਪਹਿਲਾਂ ਦੱਸ ਚੁੱਕੀ ਹੈ। ਸ਼ਾਰਟ ਸਰਕਟਿੰਗ ਦਾ ਮਤਲਬ ਕੀ ਹੁੰਦਾ ਹੈ ਕਿ ਅਗਰ ਲਾਈਵ ਵਾਇਰ ਅਤੇ ਨਿਊਟਰਲ ਵਾਇਰ ਕੀ ਹੈ, ਡਾਇਰੈਕਟ ਕੰਟੈਕਟ ਵਿੱਚ ਆ ਜਾਣ। ਔਰ ਡਾਇਰੈਕਟ ਕੰਟੈਕਟ ਵਿੱਚ ਕਿਵੇਂ ਆ ਸਕਦੇ ਹੈ, ਕਈ ਵਾਰੀ ਇਨਸੂਲੇਸ਼ਨ ਪ੍ਰੋਪਰ ਨਹੀਂ ਹੁੰਦੀ, ਜਿਵੇਂ ਵਾਇਰਸ ਨਹੀਂ ਹੁੰਦੀਆਂ, ਵਾਇਰਸ ਬਲੈਕ ਕਲਰ ਦੀਆਂ, ਜਿਵੇਂ ਆਹ ਵਾਇਰਸ ਹੈ, ਇਹਦੇ ਉੱਪਰ ਬਲੈਕ ਕੋਟਿੰਗ ਹੈ, ਠੀਕ ਹੈ। ਇਹ ਬਲੈਕ ਕੋਟਿੰਗ ਕਈ ਵਾਰੀ ਕਿਸੇ ਪਾਸੇ ਟੁੱਟੀ ਹੁੰਦੀ ਹੈ, ਜਿਹਦੇ ਕਰਕੇ ਜਿਹੜੀ ਲਾਈਵ ਵਾਇਰ ਅਤੇ ਨਿਊਟਰਲ ਵਾਇਰ ਆ ਉਹ ਇਕੱਠੀਆਂ ਹੋ ਸਕਦੀ ਹੈ। ਤਾਂ ਇਹਦੇ ਕਰਕੇ ਕੀ ਹੈ, ਆਪਣੀ ਸ਼ਾਰਟ ਸਰਕਟਿੰਗ ਹੋ ਸਕਦੀ ਹੈ। ਓਵਰਲੋਡ ਦਾ ਮਤਲਬ ਕੀ ਹੁੰਦਾ, ਦੇਖੋ ਇੱਕ ਸੌਕਟ ਹੈ, ਇੱਕ ਸੌਕਟ ਵਿੱਚ 4 ਪਲੱਗ ਪਾਏ ਹੋਏ ਹੈ, ਠੀਕ ਹੈ। ਤਾਂ ਉਹਦੇ ਕਰਕੇ ਕੀ ਹੈ, ਓਵਰਲੋਡਿੰਗ ਹੋ ਸਕਦੀ ਹੈ। ਤਾਂ ਓਵਰਲੋਡਿੰਗ ਦਾ ਮਤਲਬ ਕੀ ਹੈ ਕਿ ਸਿੰਗਲ ਸੌਕਟ ਦੇ ਵਿੱਚ ਆਪਾਂ ਜਦੋਂ ਨੰਬਰ ਆਫ ਇਲੈਕਟ੍ਰਿਕ ਅਪਲਾਇੰਸਿਸ ਪਾ ਦਿੰਦੇ ਆ ਤਾਂ ਉਹਦੇ ਕਰਕੇ ਓਵਰਲੋਡਿੰਗ ਹੋ ਜਾਂਦੀ ਹੈ। ਕਲੀਅਰ, ਡੈਫੀਨੇਸ਼ਨਸ ਇੰਪੋਰਟੈਂਟ ਹੈ। ਨੈਕਸਟ ਆ ਗਿਆ ਆਪਣੇ ਕੋਲ ਸਿੰਪਲ ਰੂਲਸ ਫॉर द ਸੇਫ ਯੂਜ਼ ਆਫ ਇਲੈਕਟ੍ਰੀਸਿਟੀ ਐਟ ਹੋਮ। ਹੁਣ ਆਪਾਂ ਹਜ਼ਾਰਡਸ ਤਾਂ ਪੜ੍ਹ ਲਏ ਕਿ ਕੀ ਕੁਛ ਹੋ ਸਕਦਾ ਹੈ, ਪਰ ਇਹ ਥੋੜ੍ਹੀ ਹੈ ਕਿ ਹੁਣ ਆਪਾਂ ਇਲੈਕਟ੍ਰੀਸਿਟੀ ਯੂਜ਼ ਕਰਨਾ ਬੰਦ ਕਰ ਦਈਏ, ਕਿਉਂਕਿ ਯੂਜ਼ ਕਰਨਾ ਆਪਣਾ ਲੋੜ ਹੈ, ਆਪਾਂ ਨੂੰ ਚਾਹੀਦੀ ਹੈ ਇਲੈਕਟ੍ਰੀਸਿਟੀ। ਤਾਂ ਕੁਛ ਕੁ ਪ੍ਰੀਕੋਸ਼ਨਸ ਆਪਾਂ ਨੇ ਪ੍ਰੀਕੋਸ਼ਨਸ ਲੈਣੀਆਂ ਚਾਹੀਦੀਆਂ, ਫਿਰ ਆਪਾਂ ਸਹੀ ਤਰੀਕੇ ਨਾਲ ਇਲੈਕਟ੍ਰੀਸਿਟੀ ਯੂਜ਼ ਕਰ ਸਕਦੇ ਹਾਂ। ਡੂ ਨਾਟ ਪੁੱਟ ਯੂਅਰ ਫਿੰਗਰ ਔਰ ਮੈਟੈਲਿਕ ਆਬਜੈਕਟ ਇਨ ਦ ਸੌਕਟ। ਕਿਸੇ ਵੀ ਸੌਕਟ ਦੇ ਵਿੱਚ ਆਪਦੀ ਫਿੰਗਰ ਜਾਂ ਕੋਈ ਵੀ ਮੈਟੈਲਿਕ ਆਬਜੈਕਟ ਨਾ ਪਾਓ, ਠੀਕ ਹੈ। ਨੈਵਰ ਟੱਚ ਦਾ ਇਲੈਕਟ੍ਰਿਕ ਸਵਿਚ, ਪਲੱਗ ਔਰ ਡਿਵਾਈਸ ਵਿਦ ਵੈਟ ਹੈਂਡਸ। ਕਦੇ ਵੀ ਕੋਈ ਵੀ ਇਲੈਕਟ੍ਰਿਕ ਸਵਿਚ ਨੂੰ ਜਾਂ ਪਲੱਗ ਨੂੰ ਗਿੱਲੇ ਹੱਥਾਂ ਨਾਲ ਨਾ ਯੂਜ਼ ਕਰੋ। ਅਗਰ ਆਪਾਂ ਗਿੱਲੇ ਹੱਥਾਂ ਨਾਲ ਯੂਜ਼ ਕਰਦੇ ਹਾਂ ਨਾ, ਤਾਂ ਵਾਟਰ ਐਜ਼ ਅ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਉਹਨੂੰ ਫਟਾਫਟ ਇਲੈਕਟ੍ਰੀਸਿਟੀ ਲੈਂਦਾ ਅਤੇ ਆਪਾਂ ਨੂੰ ਸ਼ੌਕ ਲੱਗ ਸਕਦਾ ਹੈ, ਠੀਕ ਹੈ। ਨੈਵਰ ਪਲੇ ਵਿਦ ਇਲੈਕਟ੍ਰਿਕ ਵਾਇਰਸ। ਜੋ ਵੀ ਇਲੈਕਟ੍ਰਿਕ ਵਾਇਰਸ ਵਗੈਰਾ, ਸਵਿਚ ਵਗੈਰਾ, ਪਲੱਗ ਵਗੈਰਾ, ਉਹਨੂੰ ਆਪਦੇ ਗੈਸ ਵਰਕ ਨਾਲ ਨਾ ਯੂਜ਼ ਕਰੋ। ਜੋ ਵੀ ਟੈਕਨੀਸ਼ੀਅਨ ਯੂਜ਼ ਕਰਦੇ ਆ ਉਹਨਾਂ ਨੂੰ ਯੂਜ਼ ਕਰਨ ਦਿਓ, ਆਪਾਂ ਨਹੀਂ ਯੂਜ਼ ਕਰ ਸਕਦੇ ਅਗਰ ਆਪਾਂ ਨੂੰ ਨਹੀਂ ਪਤਾ ਉਹਦੇ ਬਾਰੇ। ਆਲਵੇਜ਼ ਵੀਅਰ ਰਬਰ ਸਲੀਪਰਸ ਵਾਈਲ ਵਰਕਿੰਗ ਔਨ ਇਲੈਕਟ੍ਰਿਕ ਅਪਲਾਇੰਸਿਸ। ਅਗਰ ਕੋਈ ਆਪਾਂ ਇਲੈਕਟ੍ਰਿਕ ਅਪਲਾਇੰਸ 'ਤੇ ਵਰਕ ਕਰ ਰਹੇ ਹਾਂ ਤਾਂ ਹਮੇਸ਼ਾ ਆਪਾਂ ਨੂੰ ਰਬਰ ਦੇ ਸਲੀਪਰਸ ਪਾਉਣੇ ਚਾਹੀਦੇ ਆ। ਰਬਰ ਸਲੀਪਰਸ ਕਾਹਤੋਂ, ਕਿਉਂਕਿ ਰਬਰ ਜਿਹੜਾ ਹੁੰਦਾ ਉਹ ਬੈਡ ਕੰਡਕਟਰ ਆਫ ਇਲੈਕਟ੍ਰੀਸਿਟੀ ਹੁੰਦਾ ਹੈ, ਤਾਂ ਆਪਾਂ ਨੂੰ ਸ਼ੌਕ ਲੱਗਣ ਤੋਂ ਬਚਾ ਲੈਂਦਾ, ਠੀਕ ਹੈ। ਕਵਰ ਆਲ ਇਲੈਕਟ੍ਰੀਕਲ ਜੁਆਇੰਟਸ ਵਿਦ ਇਨਸੂਲੇਟਿੰਗ ਟੇਪ। ਜਿਹੜੇ ਵੀ ਇਨਸੂਲੇਟਿੰਗ ਜੁਆਇੰਟਸ ਹੈ, ਕਈ ਵਾਰੀ ਇਹ ਜੁਆਇੰਟਸ ਕਿਸੇ ਪਾਸੋਂ ਖੋਲ੍ਹੇ ਜਾਂਦੇ ਆ, ਅਗਰ ਇਹ ਖੁੱਲ੍ਹ ਗਈ ਤਾਂ ਇਹਨੂੰ ਇਨਸੂਲੇਟਿੰਗ ਟੇਪਸ ਨਾਲ ਕੀ ਹੈ, ਜੁਆਇੰਟ ਕਰ ਦਿਓ, ਤਾਂ ਜੋ ਕਿ ਆਪਾਂ ਨੂੰ ਸ਼ੌਕ ਨਾ ਲੱਗ ਸਕੇ। ਗਿਵ ਪ੍ਰੋਪਰ ਅਰਥਿੰਗ ਟੂ ਦ ਸੌਕਟਸ। ਅਰਥਿੰਗ ਮੈਂ ਦੱਸ ਚੁੱਕੀ ਹਾਂ ਕੀ ਹੁੰਦਾ ਹੈ, ਪ੍ਰੋਪਰ ਆਪਾਂ ਨੂੰ ਅਰਥਿੰਗ ਦੇਣੀ ਚਾਹੀਦੀ ਹੈ ਸਾਰੇ ਸੌਕਟਸ ਨੂੰ, ਤਾਂ ਜੋ ਕਿ ਆਪਾਂ ਨੂੰ ਕਰੰਟ ਨਾ ਲੱਗੇ। ਫਿਊਜ਼ ਔਰ MCB ਆਫ ਐਪਰੋਪਰੀਏਟ ਕਰੰਟ ਰੇਟਿੰਗ ਸ਼ੁੱਡ ਬੀ ਯੂਜ਼ਡ ਇਨ ਇਲੈਕਟ੍ਰਿਕ ਸਰਕਿਟ। ਆਪਾਂ ਨੂੰ ਫਿਊਜ਼ ਜਾਂ MCB ਐਪਰੋਪਰੀਏਟ ਕਰੰਟ ਰੇਟਿੰਗ ਦਾ ਮਤਲਬ ਕਿ ਜੇ ਤਾਂ ਆਪਣਾ ਕਰੰਟ ਬਹੁਤ ਜ਼ਿਆਦਾ ਆ ਰਿਹਾ ਤਾਂ ਉਸ ਹਿਸਾਬ ਨਾਲ ਥਿਕ ਯੂਜ਼ ਕਰ ਲਓ, ਅਗਰ ਮੀਡੀਅਮ ਆ ਰਿਹਾ ਥਿਨ ਯੂਜ਼ ਕਰ ਲਓ ਉਸ ਹਿਸਾਬ ਨਾਲ, ਠੀਕ ਹੈ। ਤਾਂ ਆਪਾਂ ਨੂੰ ਫਿਊਜ਼ ਜਾਂ MCB ਯੂਜ਼ ਕਰਨੇ ਚਾਹੀਦੇ ਆ ਘਰਾਂ ਵਿੱਚ। ਅਗਰ ਨਾ ਯੂਜ਼ ਕਰਾਂਗੇ ਤਾਂ ਆਪਣੇ ਇਲੈਕਟ੍ਰਿਕ ਗੈਜਟਸ ਕੀ ਹੈ, ਖਰਾਬ ਹੋ ਸਕਦੇ ਆ। ਇਨ ਕੇਸ ਆਫ ਸ਼ਾਰਟ ਸਰਕਿਟ ਔਰ ਸਪਾਰਕ ਇਨ ਅ ਸਵਿਚ, ਪੁੱਟ ਇਟ ਆਫ ਇਮੀਡੀਏਟਲੀ। ਅਗਰ ਆਪਾਂ ਨੂੰ ਮਤਲਬ ਦਿਖ ਰਿਹਾ ਕਿ ਹਾਂ ਆਪਣੀ ਸਵਿਚ ਵਿੱਚ ਫਾਇਰ ਆ ਰਹੀ ਹੈ ਤਾਂ ਉਸ ਸਵਿਚ ਨੂੰ ਫਟਾਫਟ ਪਲਾਸਟਿਕ ਜਾਂ ਵੁਡਨ ਦੀ ਸਟਿਕ ਨਾਲ ਕੀ ਹੈ, ਬੰਦ ਕਰ ਦਿਓ, ਠੀਕ ਹੈ। ਡੂ ਨਾਟ ਟੱਚ ਇਲੈਕਟ੍ਰਿਕ ਪੋਲਸ ਡਿਊਰਿੰਗ ਰੇਨੀ ਸੀਜ਼ਨ। ਇਲੈਕਟ੍ਰਿਕ ਪੋਲਸ ਨੂੰ, ਜਿਹੜੇ ਆਪਣੇ ਖੰਭੇ ਲੱਗੇ ਹੁੰਦੇ ਆ ਜਿਹਦੇ ਵਾਇਰਸ ਆਉਂਦੀਆਂ ਹੁੰਦੀਆਂ ਲਾਈਵ ਵਾਇਰ ਵਗੈਰਾ, ਰੇਨੀ ਸੀਜ਼ਨ ਵਿੱਚ ਸਪੈਸ਼ਲੀ ਉਹਨੂੰ ਕਦੇ ਵੀ ਹੱਥ ਨਹੀਂ ਲਾਉਣਾ ਚਾਹੀਦਾ, ਕਦੇ ਵੀ ਨਹੀਂ ਵੈਸਾ ਲਾਉਣਾ ਚਾਹੀਦਾ, ਬਟ ਇਹ ਸਟਿਲ ਰੇਨੀ ਸੀਜ਼ਨ ਵਿੱਚ ਕਦੇ ਵੀ ਇਹਨੂੰ ਹੱਥ ਨਾ ਲਗਾਓ, ਵਰਨਾ ਇਹ ਆਪਾਂ ਨੂੰ ਸ਼ੌਕ ਦੇ ਸਕਦਾ ਹੈ, ਠੀਕ ਹੈ। ਇਨ ਕੇਸ ਆਫ ਅ ਫਾਇਰ ਇਨ ਇਲੈਕਟ੍ਰਿਕ ਸਰਕਿਟ, ਨੈਵਰ ਯੂਜ਼ ਵਾਟਰ ਟੂ ਐਸਟਿੰਗੁਇਸ਼। ਅਗਰ ਮੰਨ ਲਓ ਕਿਸੇ ਵੀ ਇਲੈਕਟ੍ਰਿਕ ਸਰਕਿਟ ਨੂੰ ਫਾਇਰ ਲੱਗ ਗਈ, ਕੋਈ ਵੀ ਮੰਨ ਲਓ ਸਵਿਚ ਵਿੱਚ ਸੌਕਟ ਵਿੱਚ ਫਾਇਰ ਹੋਣੀ ਸ਼ੁਰੂ ਹੋ ਗਈ, ਉਹਨੂੰ ਬੁਝਾਉਣ ਲਈ ਕਦੇ ਵੀ ਵਾਟਰ ਨਾ ਯੂਜ਼ ਕਰੋ, ਠੀਕ ਹੈ। ਫਸਟ ਆਫ ਆਲ ਤਾਂ ਕੀ ਕਰੋ, ਸਾਰੀਆਂ ਜਿਹੜੀਆਂ ਮੇਨ ਸਵਿਚਜ਼ ਹੈ ਉਹਨੂੰ ਬੰਦ ਕਰਕੇ ਆਓ,
ਮੇਨਸ ਵਿੱਚ ਬੰਦ ਕਰਨ ਤੋਂ ਬਾਅਦ ਉੱਤੇ ਡਰਾਈ ਸੈਂਡ ਯੂਜ਼ ਕਰੋ, ਮਿੱਟੀ ਪਾਓ ਉਹਦੇ ਉੱਪਰ, ਪਾਣੀ ਨਹੀਂ ਪਾਉਣਾ ਉਹਦੇ ਉੱਪਰ, ਠੀਕ ਹੈ। ਡੂ ਨਾਟ ਟਰਾਈ ਟੂ ਰਿਪੇਅਰ ਇਲੈਕਟ੍ਰਿਕ ਸਰਕਿਟ ਬਾਈ ਗੈਸ ਵਰਕ, ਵੈਰੀ ਇੰਪੋਰਟੈਂਟ ਪੁਆਇੰਟ, ਕਦੇ ਵੀ ਕੋਈ ਵੀ ਇਲੈਕਟ੍ਰਿਕ ਸਰਕਿਟ ਨੂੰ ਆਪਦੇ ਗੈਸ ਵਰਕ ਨਾਲ ਨਾ ਖੋਲੋ। ਕਈ ਵਾਰੀ ਕੀ ਹੁੰਦਾ, ਕੋਈ ਲਾਈਵ ਵਾਇਰ ਹੁੰਦੀ ਹੈ, ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਲਾਈਵ ਵਾਇਰ ਹੈ, ਤਾਂ ਉਹ ਤੋਂ ਸ਼ੌਕ ਲੱਗ ਸਕਦਾ ਹੈ। ਤਾਂ ਕੋਈ ਵੀ ਆਪਦੇ ਗੈਸ ਵਰਕ ਦਾ ਕੋਈ ਆਪਾਂ ਜਿਹੜੇ ਹੈਗੇ ਇਲੈਕਟ੍ਰਿਕ ਅਪਲਾਈਐਂਸਿਸ ਨੂੰ ਨਹੀਂ ਖੋਲ੍ਹਣਾ, ਠੀਕ ਹੈ। ਯੂਜ਼ ਆਲਵੇਜ਼ ISI ਮਾਰਕਡ ਇਲੈਕਟ੍ਰਿਕ ਅਪਲਾਈਐਂਸ, ਆਹ ਵਾਲਾ ਹੁੰਦਾ ISI ਮਾਰਕਡ, ਤੁਸੀਂ ਸ਼ਾਇਦ ਵੇਖਿਆ ਹੋਊਗਾ। ਕੋਈ ਵੀ ਅਗਰ ਆਪਾਂ ਇਲੈਕਟ੍ਰਿਕ ਜਿਵੇਂ ਬੱਲਬ ਲੈ ਕੇ ਆਉਂਦਾ, ਫੈਨ ਲੈ ਕੇ ਆਉਂਦਾ, ਉਹਦੇ ਉੱਪਰ ISI ਮਾਰਕ ਹੋਣਾ ਚਾਹੀਦਾ ਹੈ। ਇਸ ਮਾਰਕ ਦਾ ਮਤਲਬ ਕੀ ਹੈ ISI ਮਾਰਕ ਦਾ, ਕਿ ਜਿਹੜਾ ਵੀ ਆਪਾਂ ਇਲੈਕਟ੍ਰਿਕ ਅਪਲਾਈਐਂਸ ਯੂਜ਼ ਕਰਦੇ ਹਾਂ, ਉਹ ਇਲੈਕਟ੍ਰਿਕ ਅਪਲਾਈਐਂਸ ਪਹਿਲਾਂ ਹੀ ਟੈਸਟ ਹੋਇਆ ਹੋਇਆ ਪ੍ਰੋਪਰਲੀ, ਠੀਕ ਹੈ। ISI ਮਾਰਕ ਦਾ ਮਤਲਬ ਕੀ ਹੈ ਕਿ ਜੋ ਵੀ ਆਪਾਂ ਅਪਲਾਈਐਂਸ ਲੈ ਕੇ ਆਉਂਦਾ ਉਹ ਆਲਰੇਡੀ ਟੈਸਟਡ ਹੈ ਲੈਬੋਰਟਰੀਜ਼ ਵਿੱਚੋਂ, ਅਤੇ ਆਪਾਂ ਉਹਨੂੰ ਮਤਲਬ ਕਿ ਬਿਨਾਂ ਕੋਈ ਟੈਨਸ਼ਨ ਤੋਂ ਯੂਜ਼ ਕਰ ਸਕਦੇ ਹਾਂ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਸਟੈਟਿਕ ਇਲੈਕਟ੍ਰੀਸਿਟੀ। ਦੇਖੋ ਇਲੈਕਟ੍ਰੀਸਿਟੀ ਜਿਹੜੀ ਹੁੰਦੀ ਹੈ ਨਾ, ਇਲੈਕਟ੍ਰੀਸਿਟੀ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਹੈ ਡਾਇਨਾਮਿਕ ਇਲੈਕਟ੍ਰੀਸਿਟੀ, ਡਾਇਨਾਮਿਕ, ਇੱਕ ਹੁੰਦੀ ਹੈ ਸਟੈਟਿਕ ਇਲੈਕਟ੍ਰੀਸਿਟੀ। ਡਾਇਨਾਮਿਕ ਇਲੈਕਟ੍ਰੀਸਿਟੀ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਇਲੈਕਟ੍ਰੋਨਸ ਫਲੋ ਕਰ ਰਹੇ ਹੈ ਅਤੇ ਉਹਨਾਂ ਫਲੋ ਕਰਕੇ ਕੀ ਹੈ ਇਲੈਕਟ੍ਰੀਸਿਟੀ ਪ੍ਰੋਡਿਊਸ ਹੋਈ, ਤਾਂ ਉਹ ਹੁੰਦੀ ਹੈ ਡਾਇਨਾਮਿਕ ਇਲੈਕਟ੍ਰੀਸਿਟੀ, ਜਿਹੜੀ ਆਪਾਂ ਹੁਣ ਤੱਕ ਪੜ੍ਹੀ ਹੈ ਵੀ ਇਲੈਕਟ੍ਰੋਨਸ ਫਲੋ ਕੀਤੇ, ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੋਇਆ, ਤਾਂ ਆਪਾਂ ਆਹ ਵਾਲੇ ਡਿਵਾਈਸ ਚਲਾ ਲਏ, ਠੀਕ ਹੈ। ਸਟੈਟਿਕ ਇਲੈਕਟ੍ਰੀਸਿਟੀ ਕੀ ਹੁੰਦੀ ਹੈ, ਸਟੈਟਿਕ ਇਲੈਕਟ੍ਰੀਸਿਟੀ ਵਿੱਚ ਐਕਚੁਅਲੀ ਜਿਹੜੇ ਇਲੈਕਟ੍ਰੋਨਸ ਹੁੰਦੇ ਆ ਜਾਂ ਜਿਹੜੇ ਪਾਰਟੀਕਲਸ ਹੁੰਦੇ ਆ, ਚਾਰਜਡ ਪਾਰਟੀਕਲਸ, ਉਹ ਮੂਵ ਨਹੀਂ ਕਰਦੇ ਹੁੰਦੇ, ਉਹ ਜਸਟ ਟਰਾਂਸਫਰ ਹੋ ਸਕਦੇ ਆ ਵਨ ਬਾਡੀ ਟੂ ਅਨਦਰ, ਟਰਾਂਸਫਰ ਹੋ ਕੇ ਬਸ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦੇ, ਉਹ ਐਜ਼ ਸੱਚ ਰੈਂਡਮਲੀ ਮੂਵ ਨਹੀਂ ਕਰਦੇ ਰਹਿੰਦੇ। ਦੱਸਦੀ ਮੈਂ ਕਿ ਕੀ ਹੁੰਦਾ ਸਟੈਟਿਕ ਇਲੈਕਟ੍ਰੀਸਿਟੀ। Static electricity is an electric phenomena in which charged particles are transferred from one body to another. Static electricity ਵੀ ਇੱਕ ਇਲੈਕਟ੍ਰਿਕ ਫਿਨੋਮੀਨਾ ਹੈ ਜਿਹਦੇ ਵਿੱਚ ਚਾਰਜਡ ਪਾਰਟੀਕਲਸ ਦਾ ਮਤਲਬ ਕੀ ਹੈ, ਜਾਂ ਤਾਂ ਪੋਜ਼ੀਟਿਵ ਚਾਰਜ ਜਾਂ ਨੈਗੇਟਿਵ ਚਾਰਜ ਜਸਟ ਟਰਾਂਸਫਰ ਹੁੰਦੇ ਆ ਵਨ ਬਾਡੀ ਟੂ ਅਨਦਰ ਬਾਡੀ, ਠੀਕ ਹੈ। ਇਹ ਸਟੈਟਿਕ ਇਲੈਕਟ੍ਰੀਸਿਟੀ ਹੁੰਦੀ ਹੈ। ਦੇਖੋ ਫॉर एग्जाम्पल ਕਿ ਆਪਣੇ ਕੋਲ ਫॉर एग्जाम्पल ਮੈਂ ਇੱਕ ਗਲਾਸ ਰੋਡ ਲੈ ਲਈ, ਗਲਾਸ ਰੋਡ ਨੂੰ ਮੈਂ ਸਿਲਕ ਦੇ ਕੱਪੜੇ ਨਾਲ ਕੀ ਹੈ, ਇੱਥੇ ਦੇਖੋ ਗਲਾਸ ਰੋਡ ਨੂੰ ਮੈਂ ਕੀ ਹੈ ਸਿਲਕ ਦੇ ਕਲੋਥ ਨਾਲ ਰੱਬ ਕਰਨਾ ਸ਼ੁਰੂ ਕਰਤਾ। ਜਦੋਂ ਮੈਂ ਗਲਾਸ ਰੋਡ ਨੂੰ ਸਿਲਕ ਦੇ ਕੱਪੜੇ ਨਾਲ ਰੱਬ ਕਰਨਾ ਸ਼ੁਰੂ ਕੀਤਾ, ਤਾਂ ਜਿਹੜਾ ਇਹ ਗਲਾਸ ਹੈ ਨਾ, ਇਹ ਗਲਾਸ ਰੋਡ ਉੱਪਰ ਹਮੇਸ਼ਾ ਆ ਜਾਂਦਾ ਹੁੰਦਾ ਪੋਜ਼ੀਟਿਵ ਚਾਰਜ, ਅਤੇ ਸਿਲਕ ਦੇ ਕੱਪੜੇ ਉੱਪਰ ਹਮੇਸ਼ਾ ਆ ਜਾਂਦਾ ਹੁੰਦਾ ਨੈਗੇਟਿਵ ਚਾਰਜ। ਐਕਚੁਅਲੀ ਇਹ ਦੋਨੇ ਬਾਡੀਜ਼ ਪਹਿਲਾਂ ਅਨਚਾਰਜ ਸੀਗੀਆਂ। ਅਨਚਾਰਜ ਦਾ ਮਤਲਬ ਕੀ ਹੈ ਕਿ ਇਹਦੇ ਉੱਪਰ ਕੋਈ ਚਾਰਜ ਨਹੀਂ ਸੀਗਾ, ਬਟ ਜਦੋਂ ਮੈਂ ਰੱਬ ਕੀਤਾ ਉਹਨਾਂ ਨੂੰ, ਰੱਬ ਕਰਨ 'ਤੇ ਕੀ ਹੈ ਇਹਦੇ ਉੱਪਰ ਗਲਾਸ ਰੋਡ ਉੱਪਰ ਪੋਜ਼ੀਟਿਵ ਚਾਰਜ ਆ ਗਿਆ ਅਤੇ ਸਿਲਕ ਕਲੋਥ ਉੱਪਰ ਨੈਗੇਟਿਵ ਚਾਰਜ ਆ ਗਿਆ। ਜਿਵੇਂ ਇੱਕ ਹੋਰ ਐਗਜ਼ਾਮਪਲ, ਜਿਵੇਂ ਆਪਾਂ ਜਦੋਂ ਆਪਣੇ ਹੇਅਰਸ ਡਰਾਈ ਹੁੰਦੇ ਆ, ਉਹਦੇ ਉੱਪਰ ਆਪਾਂ ਸਕੇਲ ਜਾਂ ਕੌਬ ਨੂੰ ਰੱਬ ਕਰਦੇ ਹਾਂ, ਠੀਕ ਹੈ। ਕੌਬ ਜਾਂ ਸਕੇਲ ਨੂੰ ਰੱਬ ਕਰਨ 'ਤੇ ਉਹ ਪੀਸਿਸ ਅਟਰੈਕਟ ਕਰਨ ਲੱਗ ਜਾਂਦਾ ਨਾ, ਕੌਬ ਕੀ ਹੈ ਪੀਸਿਸ ਅਟਰੈਕਟ ਕਰਨ ਲੱਗ ਜਾਂਦਾ ਆਪਦੇ ਵੱਲ, ਪੇਪਰ ਦੇ ਪੀਸਿਸ ਜਾਂ ਡਰਾਈ ਲੀਵਸ ਦੇ ਪੀਸਿਸ, ਤਾਂ ਉਹਦੇ ਵਿੱਚ ਕੀ ਹੈ ਆਪਣੇ ਆਪ ਚਾਰਜ ਜਨਰੇਟ ਹੋ ਜਾਂਦਾ। ਤਾਂ ਇਹਦੇ ਵਿੱਚ ਵੀ ਕੀ ਹੈ ਗਲਾਸ ਰੋਡ ਵਿੱਚ ਜਾਂ ਸਿਲਕ ਕਲੋਥ ਵਿੱਚ ਆਪਣੇ ਆਪ ਕੀ ਹੈ ਜਿਹੜਾ ਚਾਰਜ ਆ ਉਹ ਜਨਰੇਟ ਹੋਣ ਲੱਗ ਜਾਂਦਾ ਫ੍ਰਿਕਸ਼ਨ ਨਾਲ, ਕਿਉਂਕਿ ਆਪਾਂ ਰੱਬ ਕਰਦੇ ਪਏ ਆ ਨਾ, ਇੱਕ ਦੂਜੇ ਉੱਪਰ ਰੱਬ ਕਰਦੇ ਪਏ ਆ, ਤਾਂ ਰੱਬ ਕਰਨ ਨਾਲ ਫ੍ਰਿਕਸ਼ਨ ਨਾਲ ਇਹਦੇ ਉੱਪਰ ਚਾਰਜ ਪ੍ਰੋਡਿਊਸ ਹੋ ਜਾਂਦਾ। ਤਾਂ ਗਲਾਸ ਰੋਡ ਹਮੇਸ਼ਾ ਉੱਪਰ ਪੋਜ਼ੀਟਿਵ ਚਾਰਜ ਅਤੇ ਸਿਲਕ ਕਲੋਥ ਉੱਪਰ ਹਮੇਸ਼ਾ ਨੈਗੇਟਿਵ ਚਾਰਜ। ਉਸ ਤੋਂ ਬਾਅਦ ਦੇਖੋ ਵੈਨ ਅ ਗਲਾਸ ਰੋਡ ਇਜ਼ ਰਬਡ ਵਿਦ ਅ ਸਿਲਕ ਫਾਈਬਰ, ਜਦੋਂ ਮੈਂ ਗਲਾਸ ਰੋਡ ਨੂੰ ਸਿਲਕ ਦੇ ਫਾਈਬਰ ਨਾਲ ਰੱਬ ਕੀਤਾ, ਇਟ ਐਕਵਾਇਰਸ ਅ ਪ੍ਰੋਪਰਟੀ ਆਫ ਅਟਰੈਕਟਿੰਗ ਸਮਾਲ ਬਿਟਸ ਆਫ ਪੇਪਰ। ਸੇਮ ਉਵੇਂ ਕੌਬ ਵਾਂਗੂ ਇਹ ਵੀ ਕੀ ਕਰੂਗਾ, ਸਮਾਲ ਬਿਟਸ ਆਫ ਪੇਪਰ ਨੂੰ ਆਪਦੇ ਵੱਲ ਅਟਰੈਕਟ ਕਰਨਾ ਸ਼ੁਰੂ ਕਰ ਦੂਗਾ। ਸਿਮਿਲਰਲੀ ਇੱਕ ਹੋਰ ਐਗਜ਼ਾਮਪਲ ਲਈ ਹੈ, ਕਹਿੰਦੇ ਐਬੀਨਟ ਰੋਡ ਲੈ ਲਓ। ਆਹ ਵਾਲੀ ਰੋਡ ਕਿਹੜੀ ਹੈ ਐਬੀਨਟ ਰੋਡ, ਅਤੇ ਉਹਨੂੰ ਕੀ ਹੈ ਪੀਸ ਆਫ ਵੂਲ ਨਾਲ ਕੀ ਹੈ ਰੱਬ ਕਰਨਾ ਸ਼ੁਰੂ ਕਰ ਦਿਓ। ਇਹ ਵੀ ਫ੍ਰਿਕਸ਼ਨ ਕਰਕੇ ਐਬੀਨਟ ਰੋਡ ਉੱਪਰ ਨੈਗੇਟਿਵ ਚਾਰਜ ਆ ਜਾਂਦਾ ਅਤੇ ਵੂਲ ਉੱਪਰ ਪੋਜ਼ੀਟਿਵ ਚਾਰਜ ਆ ਜਾਂਦਾ। ਇਹ ਲਰਨ ਰੱਖਣਾ ਹੈ, ਬਾਈ ਕਨਵੈਂਸ਼ਨ ਹੀ ਹੈ ਕਿ ਸਿਲਕ ਰੋਡ ਉੱਪਰ ਪੋਜ਼ੀਟਿਵ, ਐਬੀਨਟ ਉੱਪਰ ਨੈਗੇਟਿਵ, ਠੀਕ ਹੈ, ਆਪੋਜ਼ਿਟ ਇਹਦਾ। ਇਹ ਸਾਰਾ ਕੁਛ ਕਾਹਦੇ ਕਰਕੇ ਹੁੰਦਾ ਫ੍ਰਿਕਸ਼ਨ ਕਰਕੇ। ਸਿਮਿਲਰਲੀ ਐਬੀਨਟ ਰੋਡ ਵੈਨ ਰਬਡ ਵਿਦ ਅ ਫਲੈਨਲ ਔਰ ਵੂਲ ਆਲਸੋ ਸ਼ੋ ਅ ਪ੍ਰੋਪਰਟੀ ਆਫ ਅਟਰੈਕਟਿੰਗ ਸਮਾਲ ਬਿਟਸ ਆਫ ਪੇਪਰ। ਜਦੋਂ ਆਪਾਂ ਐਬੀਨਟ ਰੋਡ ਨੂੰ ਵੂਲ ਨਾਲ ਰੱਬ ਕਰਾਂਗੇ, ਇਹ ਵੀ ਸਮਾਲ ਬਿਟਸ ਆਫ ਪੇਪਰ ਨੂੰ ਜਾਂ ਸਟ੍ਰॉ ਨੂੰ ਆਪਦੇ ਵੱਲ ਕੀ ਹੈ ਅਟਰੈਕਟ ਕਰੂਗਾ। ਤਾਂ ਕੋਈ ਵੀ ਆਬਜੈਕਟ ਜਦੋਂ ਆਪਾਂ ਇੱਕ ਦੂਜੇ ਨਾਲ ਰੱਬ ਕਰਦੇ ਹਾਂ,
ਰੱਬ ਕਰਨ 'ਤੇ ਉਹ ਕੁਛ ਕੁ ਟਾਈਨੀ ਆਬਜੈਕਟਸ ਨੂੰ ਆਪਦੇ ਵੱਲ ਅਟਰੈਕਟ ਕਰਨਾ ਸ਼ੁਰੂ ਕਰ ਜੇ ਤਾਂ ਉਹਨੂੰ ਆਪਾਂ ਬੋਲਦੇ ਹਾਂ ਇਲੈਕਟ੍ਰੀਫਾਈਡ ਆਬਜੈਕਟਸ। ਉੱਦਾਂ ਦੇ ਆਬਜੈਕਟਸ ਜਿਹਨਾਂ ਨੂੰ ਆਪਾਂ ਕਿਸੇ ਹੋਰ ਚੀਜ਼ ਨਾਲ ਰੱਬ ਕਰਦੇ ਹਾਂ, ਰੱਬ ਕਰਨ ਤੋਂ ਬਾਅਦ ਉਹ ਆਬਜੈਕਟਸ ਕੀ ਹੈ, ਕਿਸੇ ਟਾਈਨੀ ਆਬਜੈਕਟਸ ਨੂੰ ਆਪਦੇ ਵੱਲ ਖਿੱਚਣਾ ਸ਼ੁਰੂ ਕਰ ਦੇਣ, ਤਾਂ ਉਹ ਵਾਲੇ ਹੁੰਦੇ ਆ ਇਲੈਕਟ੍ਰੀਫਾਈਡ ਆਬਜੈਕਟਸ ਜਾਂ ਚਾਰਜ ਆਬਜੈਕਟਸ। ਠੀਕ ਹੈ, ਤਾਂ ਜਿਹੜਾ ਚਾਰਜ ਪ੍ਰੋਡਿਊਸ ਹੋਇਆ ਗਲਾਸ ਰੋਡ ਉੱਪਰ, ਉਹ ਕਾਹਦੇ ਕਰਕੇ ਹੋਇਆ, ਕਿਉਂਕਿ ਸਿਲਕ ਕਲੌਥ ਉਹਦੇ ਉੱਪਰ ਰੱਬ ਕੀਤਾ ਸੀ। ਅਤੇ ਜਿਹੜਾ ਚਾਰਜ ਐਬੇਨੋਇਡ ਰੋਡ ਉੱਪਰ ਪ੍ਰੋਡਿਊਸ ਹੋਇਆ ਜਦੋਂ ਆਪਾਂ ਵੂਲ ਨੂੰ ਉਹਦੇ ਵਿੱਚ ਰੱਬ ਕੀਤਾ, ਇਹ ਸਾਰਾ ਕੁਛ ਕੀ ਹੈ, ਐਟ ਰੈਸਟ ਹੈ। ਵੀ ਐ ਤਾਂ ਨਹੀਂ ਪਾਰਟੀਕਲਸ ਐਕਚੁਅਲੀ ਮੂਵ ਕਰੀ ਜਾ ਰਿਹਾ ਇੱਦਾਂ ਨਹੀਂ ਹੁੰਦਾ। ਪਾਰਟੀਕਲਸ ਇਹ ਚਾਰਜਿਸ ਰੈਸਟ 'ਤੇ ਰਹਿਣਗੇ ਉਦੋਂ ਬਾਅਦ, ਅਤੇ ਇਹਨਾਂ ਚਾਰਜਿਸ ਨੂੰ ਆਪਾਂ ਬੋਲਦੇ ਹਾਂ ਸਟੈਟਿਕ ਚਾਰਜਿਸ। ਠੀਕ ਹੈ, ਨੈਕਸਟ ਆ ਗਿਆ ਆਪਣੇ ਕੋਲ ਚਾਰਜਡ ਐਂਡ ਅਨਚਾਰਜਡ ਬਾਡੀ। ਚਾਰਜਡ ਬਾਡੀ ਦਾ ਮਤਲਬ ਕੀ ਹੈ, ਉੱਦਾਂ ਦੀ ਕੋਈ ਵੀ ਆਬਜੈਕਟ ਜਿਹਦੇ ਵਿੱਚ ਕੋਈ ਨਾ ਕੋਈ ਚਾਰਜ ਹੋਊਗਾ, ਜਾਂ ਤਾਂ ਪੋਜ਼ੀਟਿਵ ਚਾਰਜ ਹੋਵੇ ਜਾਂ ਨੈਗੇਟਿਵ ਚਾਰਜ ਹੋਵੇ। ਜਿਹਦੇ ਵਿੱਚ ਕੋਈ ਨਾ ਕੋਈ ਚਾਰਜ ਹੋਊਗਾ ਉਹ ਚਾਰਜਡ ਬਾਡੀ। ਅਨਚਾਰਜਡ ਬਾਡੀ ਮਤਲਬ ਜਿਹਦੇ ਉੱਪਰ ਕੋਈ ਚਾਰਜ ਨਹੀਂ ਹੋਊਗਾ, ਨਾ ਹੀ ਤਾਂ ਪੋਜ਼ੀਟਿਵ ਚਾਰਜ ਨਾ ਹੀ ਨੈਗੇਟਿਵ ਚਾਰਜ, ਤਾਂ ਉਹ ਕਿਹੜੀ ਹੋਊਗੀ, ਅਨਚਾਰਜਡ ਬਾਡੀ। A body possessing electric charge is called charged body and a body having no electric charge, ਜਿਹਦੇ ਉੱਪਰ ਕੋਈ ਇਲੈਕਟ੍ਰਿਕ ਚਾਰਜ ਨਹੀਂ ਹੋਊਗਾ, ਉਹ ਕਿਹੜੀ ਹੋਊਗੀ, ਅਨਚਾਰਜਡ ਬਾਡੀ। ਤਾਂ ਆਪਾਂ ਕੀ ਕਰ ਸਕਦੇ ਹਾਂ, ਜਿਹੜੀ ਵੀ ਅਨਚਾਰਜਡ ਬਾਡੀ ਹੈ, ਜਿਵੇਂ ਗਲਾਸ ਸੀਗਾ, ਗਲਾਸ ਰੋਡ ਸੀਗੀ, ਜਾਂ ਜਿਵੇਂ ਐਬੇਨੋਇਡ ਦੀ ਰੋਡ ਸੀ, ਉਹ ਐਕਚੁਅਲੀ ਪਹਿਲਾਂ ਅਨਚਾਰਜ ਸੀਗੇ, ਉਹਨਾਂ ਨੂੰ ਆਪਾਂ ਚਾਰਜ ਵਿੱਚ ਕਨਵਰਟ ਕਰਤਾ ਸੀਗਾ। ਕਿਵੇਂ ਕੀਤਾ ਸੀ, ਚਾਰਜਿੰਗ ਬਾਏ ਫ੍ਰਿਕਸ਼ਨ ਨਾਲ, ਕਿਸੇ ਹੋਰ ਚੀਜ਼ ਨਾਲ ਰੱਬ ਕਰਨ ਦੀ। ਠੀਕ ਹੈ, ਤਾਂ ਜੇ ਤਾਂ ਮੰਨ ਲਓ ਬਾਡੀਜ਼ ਆਪਣੀਆਂ ਅਨਚਾਰਜਡ ਹੈ, ਤਾਂ ਉਹ ਅਨਚਾਰਜ ਬਾਡੀ ਨੂੰ ਲਓ, ਉਹਨੂੰ ਮੰਨ ਲਓ ਕੋਈ ਵੀ ਆਪਾਂ ਅਨਚਾਰਜ ਬਾਡੀ ਲੈ ਲਈ, ਗਲਾਸ ਲੈ ਲਿਆ, ਐਬੇਨੋਇਡ ਲੈ ਲਿਆ, ਪਲਾਸਟਿਕ ਲੈ ਲਿਆ, ਇੱਦਾਂ ਦੀ ਕੋਈ ਵੀ ਅਨਚਾਰਜ ਬਾਡੀ ਲਈ, ਉਹਨੂੰ ਆਪਾਂ ਕਿਸੇ ਹੋਰ ਮਟੀਰੀਅਲ ਨਾਲ ਰੱਬ ਕਰਨਾ ਸ਼ੁਰੂ ਕਰਤਾ, ਮੰਨ ਲਓ ਸਿਲਕ ਨਾਲ ਕਰਤਾ, ਵੂਲ ਨਾਲ ਕਰਤਾ। ਤਾਂ ਜਦੋਂ ਆਪਾਂ ਉਹਨਾਂ ਨੂੰ ਰੱਬ ਕੀਤਾ, ਰੱਬ ਕਰਨ ਦੇ ਕੀ ਹੈ, ਉਹ ਆਪਦੇ ਵੱਲ ਸਮੋਲ ਬਿਟਸ ਆਫ ਪੇਪਰ ਨੂੰ ਅਟਰੈਕਟ ਕਰਨਾ ਸ਼ੁਰੂ ਕਰ ਜਾਣਗੀਆਂ। ਮਤਲਬ ਕੀ ਹੈ ਕਿ ਹੁਣ ਉਹ ਅਨਚਾਰਜ ਬਾਡੀ ਸੀ ਜਿਹੜੀ, ਉਹ ਕੀ ਹੋ ਗਈ, ਹੁਣ ਚਾਰਜਡ ਹੋ ਗਈ। ਜਿਹੜੀ ਆਪਣਾ ਗਲਾਸ ਰੋਡ ਸੀ ਪਹਿਲਾਂ ਅਨਚਾਰਜ ਸੀ, ਹੁਣ ਬਾਈ ਫ੍ਰਿਕਸ਼ਨ ਹੋ ਗਈ ਹੈ, ਚਾਰਜ ਹੋ ਗਈ। ਤਾਂ ਇਹ ਸਾਰੇ ਪ੍ਰੋਸੈਸ ਨੂੰ ਆਪਾਂ ਬੋਲਦੇ ਹਾਂ ਇਲੈਕਟ੍ਰੀਫਿਕੇਸ਼ਨ ਔਰ ਚਾਰਜਿੰਗ ਬਾਈ ਫ੍ਰਿਕਸ਼ਨ। ਇਹਨੂੰ ਆਪਾਂ ਇਲੈਕਟ੍ਰੀਫਿਕੇਸ਼ਨ ਵੀ ਬੋਲਦੇ ਹਾਂ ਜਾਂ ਚਾਰਜਿੰਗ ਬਾਈ ਫ੍ਰਿਕਸ਼ਨ ਵੀ ਬੋਲਦੇ ਹਾਂ। ਠੀਕ ਹੈ।